ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਹਾਂ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਉਹ 7 ਤੋਂ 8 ਹੁੰਦਾ ਹੈ। ਔਰ ਮੰਡੇ ਟੂ ਥਰਸਡੇ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ। ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਸਾਂਝ ਪਵਾਈ ਜਾਂਦੀ ਹੈ। ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਔਰ ਜੇ ਕਿਸੇ ਕਿਸਮ ਦਾ ਸਵਾਲ ਹੋਵੇ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਆ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ, ਇਹ ਨੰਬਰ ਜੋ ਫਲੈਸ਼ ਹੋ ਰਿਹਾ ਕਿਸੇ ਵਜ੍ਹਾ ਕਰਕੇ, ਟੈਕਨੀਕਲ ਖਰਾਬੀ ਕਰਕੇ ਉਹ ਬਿਲਕੁਲ ਲੱਗ ਨਹੀਂ ਰਿਹਾ, ਤਾਂ ਦੂਸਰਾ ਇੱਕ ਨੰਬਰ ਹੋਰ ਨੋਟ ਕਰੋ, ਮੈਂ ਪ੍ਰੋਗਰਾਮ ਦੇ ਦੌਰਾਨ ਵੀ ਬੋਲਦਾ ਰਹਾਂਗਾ। ਨੰਬਰ ਹੈ ਜੀ 647 497 9904 647 497 8904। ਇਹ ਸਟੂਡੀਓ ਦਾ ਨੰਬਰ ਹੈ। ਜੋ ਨੰਬਰ ਸਕਰੀਨ ਉੱਪਰ ਫਲੈਸ਼ ਹੋ ਰਿਹਾ ਹੈ ਟੈਕਨੀਕਲ ਖਰਾਬੀ ਕਰਕੇ ਅੱਜ ਨਹੀਂ ਉਹ ਕੰਮ ਕਰ ਰਿਹਾ, ਸੋ ਇਸ ਕਰਕੇ ਤੁਸੀਂ 647 497 9904 ਦੇ ਉੱਪਰ ਗੱਲ ਕਰ ਸਕਦੇ ਹਾਂ। ਸੋ ਜਿੱਥੇ ਆਪਾਂ ਇਹ ਸੋਚਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਜਾਂ ਸਾਡੇ ਭਾਰਤ ਦੇ ਵਿੱਚ ਅਸੀਂ ਆਮ ਸਾਡੇ ਹੁੰਦਾ ਸੀ ਕਿ ਵੀ ਕੋਈ ਥੋੜਾ ਬਹੁਤਾ ਹੱਟਾ ਕੱਟਾ ਜਿਹਾ ਹੋਵੇ ਜਾਂ ਥੋੜਾ ਜਿਹਾ ਹੈਲਦੀ ਦਾ ਜਾਂ ਇਹਨੂੰ ਕਹਦੋ ਕਿ ਥੋੜਾ ਜਿਹਾ ਮੋਟਾਪਾ ਹੋਵੇ ਤਾਂ ਅਸੀਂ ਕਹਿੰਦੇ ਵੀ ਬੰਦਾ ਖਾਂਦੇ ਪੀਂਦੇ ਕਰਦਾ। ਸੋ ਇਹ ਧਾਰਨਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਅੱਜ ਵੀ ਹੋ ਸਕਦਾ ਹੋਵੇ, ਪਰ ਕੈਨੇਡਾ ਦੀ ਜੇ ਗੱਲ ਕਰੀਏ, ਕੈਨੇਡਾ ਦੇ ਵਿੱਚ ਜਿਹੜਾ ਵੀ ਥੋੜਾ ਕੋਈ ਵਜਨ ਵਧਿਆ ਜਾਂ ਭਾਰ ਵੱਧ ਗਿਆ ਜਾਂ ਕਿਸੇ ਦੇ ਮੋਟਾਪਾ ਚੜ ਗਿਆ ਤਾਂ ਪਹਿਲੇ ਨੰਬਰ ਤੇ ਚਿੰਤਾ ਉਸ ਨੂੰ ਹੋ ਜਾਂਦੀ ਹੈ ਜਿਹਦਾ ਭਾਰ ਵਧਿਆ ਜਾਂ ਜਿਹਨੂੰ ਮੋਟਾਪਾ ਚੜਿਆ। ਦੂਜੇ ਨੰਬਰ ਤੇ ਇਹ ਹੈ ਕਿ ਵੀ ਸਾਹਮਣੇ ਵਾਲਾ ਬੰਦਾ ਜਾਂ ਪਰਿਵਾਰ ਦਾ ਮੈਂਬਰ ਤੁਹਾਨੂੰ ਜ਼ਰੂਰ ਕਹੇਗਾ ਕਿ ਮਿੱਤਰਾ ਤੇਰਾ ਭਾਰ ਵੱਧਦਾ ਜਾਂਦਾ, ਥੋੜਾ ਜਿਹਾ ਕੰਟਰੋਲ ਕਰ ਤੇ ਜਾਂ ਫਿਰ ਖਿਆਲ ਕਰ ਆਪਣੀ ਡਾਈਟ ਦਾ। ਸੋ ਕਹਿਣ ਦਾ ਭਾਵ ਇਹ ਹੈ ਵੀ ਪਹਿਲਾਂ ਵਾਲੀ ਧਾਰਨਾ ਇਹ ਨਹੀਂ ਰਹੀ ਕਿ ਵੀ ਜੇ ਕੋਈ ਥੋੜਾ ਮੋਟਾਪੇ ਵਾਲਾ ਬੰਦਾ ਜਾਂ ਇਹ ਕਹਿ ਲਓ ਵੀ ਹੈਲਦੀ ਜਾਂ ਥੋੜਾ ਜਿਹਾ ਭਾਰੀ ਜੀ ਜੁੱਸੇ ਵਾਲਾ ਸਿਹਤ ਵਾਲਾ ਬੰਦਾ ਮਿਲੇ ਤੇ ਅਸੀਂ ਕਹਿੰਦੇ ਆ ਵੀ ਬੰਦਾ ਖਾਂਦੇ ਪੀਂਦੇ ਘਰ ਦਾ। ਅੱਜ ਕੱਲ ਇਹ ਆ ਕਿ ਵੀ ਥੋੜਾ ਜਿਹਾ ਸਹਿੰਦਾ ਜਿਹਾ ਹੋਵੇ, ਨਾ ਕੋਈ ਜ਼ਿਆਦਾ ਮੋਟਾਪਾ ਤੇ ਨਾ ਹੀ ਜ਼ਿਆਦਾ ਭਾਰ ਵਧਿਆ ਹੋਵੇ, ਤੇ ਅਸੀਂ ਕਹਿੰਦੇ ਕਿ ਇਹ ਬੰਦਾ ਇਹ ਸੁਰੱਖਿਅਤ ਆ ਵੀ ਇਹਦੀ ਸਿਹਤ ਬੜੀ ਸੋਹਣੀ ਹੈ। ਅਸੀਂ ਅੱਜ ਕੱਲ ਇਹ ਧਾਰਨਾ ਬਣਾਈ ਹੋਈ ਹੈ। ਸੋ ਮੋਟਾਪੇ ਤੋਂ ਕਿਹੜੀਆਂ ਹੋਰ ਬਿਮਾਰੀਆਂ ਪੈਦਾ ਹੁੰਦੀਆਂ, ਕਿਹੜੇ ਹੋਰ ਲਿੰਕ ਬਣੇ ਹੋਏ ਆ ਮੋਟਾਪੇ ਦੇ ਨਾਲ, ਅੱਜ ਉਹਦੇ ਉੱਪਰ ਗੱਲ ਕਰਾਂਗੇ। ਮੋਟਾਪਾ ਅਸਲ ਦੇ ਵਿੱਚ ਹੁੰਦਾ ਕੀ ਹੈ, ਕਿਵੇਂ ਹੁੰਦਾ ਹੈ, ਔਰ ਕਿਹੜੀਆਂ ਗੱਲਾਂ ਜਾਂ ਕਾਰਨ ਕਰਕੇ ਇਕੱਲਾ ਖਾਣ ਪੀਣ ਦੇ ਨਾਲ ਹੀ ਮੋਟਾਪਾ ਹੁੰਦਾ ਜਾਂ ਹੋਰ ਵੀ ਚੀਜ਼ਾਂ ਜੁੜੀਆਂ ਹੋਈਆਂ। ਜੇ ਗੱਲ ਕਰੀਏ ਕਰੋਨਾ ਮਹਾਮਾਰੀ ਦੀ, ਤਾਂ ਕਰੋਨਾ ਮਹਾਮਾਰੀ ਦੇ ਦੌਰਾਨ ਬਹੁਤ ਸਾਰੇ ਕੰਮ ਹੈ ਜਿਹੜੇ ਉਹ ਵਰਕ ਫਰੋਮ ਹੋਮ ਵਾਲੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਮੋਟਾਪਾ ਨਹੀਂ, ਸਾਡਾ ਵੈਸੇ ਹੀ ਭਾਰ ਵੱਧ ਰਿਹਾ, ਪੇਟ ਨਹੀਂ ਬਾਹਰ ਨੂੰ ਆ ਰਿਹਾ, ਭਾਰ ਵੱਧ ਰਿਹਾ, ਉਹ ਵੀ ਇੱਕ ਖਤਰੇ ਦੀ ਘੰਟੀ ਹੈ। ਉਹ ਕਿਵੇਂ ਅਸੀਂ ਜਾਂਚੀਏ ਜਾਂ ਕਿਵੇਂ ਸਿੰਪਟਮ ਪਤਾ ਲੱਗਣ, ਉਹਦੇ ਬਾਰੇ ਸਾਰੀ ਚਰਚਾ ਰਹੇਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ, ਸਕਰੀਨ ਉੱਪਰ ਨੰਬਰ ਜੋ ਚੱਲ ਰਿਹਾ ਉਹ ਨਹੀਂ ਕੰਮ ਕਰ ਰਿਹਾ। 647 497 9904 ਸਟੂਡੀਓ ਦਾ ਨੰਬਰ ਹੈ। 647 497 9904 ਸਟੂਡੀਓ ਦਾ ਨੰਬਰ ਹੈ। ਔਰ ਪ੍ਰੋਗਰਾਮ ਦੇ ਵਿੱਚ ਇਹ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਸਪੈਸ਼ਲੀ ਸਾਡੇ ਨਾਲ ਡਾਕਟਰ ਸ਼ਵੇਤਾ ਮਹਿਤਾ ਜੀ ਆਏ ਆ। ਸੋ ਉਹਨਾਂ ਦਾ ਸਵਾਗਤ ਕਰਦੇ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਜੀ, ਮੈਨੂੰ ਬੁਲਾਉਣ ਲਈ ਇੱਥੇ ਜੀ। ਸੋ ਮੈਡਮ, ਪਿਛਲੀ ਵਾਰੀ ਵੀ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੇ ਪ੍ਰੋਗਰਾਮ ਤੋਂ ਬਾਅਦ ਵੀ ਸਾਨੂੰ ਰਾਬਤਾ ਕੀਤਾ ਕਿ ਵੀ ਇਸ ਤਰ੍ਹਾਂ ਦੇ ਜਿਹੜੇ ਸਮੱਸਿਆਵਾਂ ਨੇ ਉਹ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਿਆ ਕਰੋ। ਬੇਸ਼ੱਕ ਅਸੀਂ ਮੰਡੇ ਟੂ ਥਰਸਡੇ ਜੇ ਚਾਹੇ ਪੋਲਿਟਿਕਸ ਦੀ ਗੱਲ ਕਰੀਏ, ਸੱਭਿਆਚਾਰ ਦੀ ਗੱਲ ਕਰੀਏ, ਭਾਸ਼ਾਵਾਂ ਦੀ ਗੱਲ ਕਰੀਏ, ਬਹੁਤ ਸਾਰੇ ਮੁੱਦੇ ਹੁੰਦੇ ਨੇ, ਪਰ ਸਿਹਤ ਨੂੰ ਲੈ ਕੇ ਇੱਕ ਅਹਿਮ ਮੁੱਦਾ ਜਿਹੜਾ ਉਹ ਵੀ ਬਣਦਾ ਜਾ ਰਿਹਾ ਕਿਸੇ ਵੀ ਮੀਡੀਆ ਦੀ ਗੱਲ ਕਰੀਏ। ਸੋ ਸਾਡਾ ਵੀ ਇਹੀ ਫੋਕਸ ਹੈ ਕਿ ਅਸੀਂ ਕਿਤੇ ਨਾ ਕਿਤੇ ਮਹੀਨੇ ਦੇ ਵਿੱਚ 1 ਜਾਂ 2 ਵਾਰੀ ਸਿਹਤ ਸੰਬੰਧੀ ਜ਼ਰੂਰ ਡਾਕਟਰਸ ਨੂੰ, ਸਪੈਸ਼ਲਿਸਟ ਨੂੰ ਲੈ ਕੇ ਆਈਏ ਤਾਂ ਕਿ ਦਰਸ਼ਕਾਂ ਨੂੰ ਜਿਹੜੀ ਅਵੇਅਰਨੈਸ ਹੁੰਦੀ ਰਹੇ ਟਾਈਮ ਤੇ। ਸੋ ਗੱਲ ਕਰ ਰਹੇ ਹਾਂ ਮੋਟਾਪੇ ਦੀ, ਓਬੇਸਿਟੀ ਜਿਹਨੂੰ ਕਹਿੰਦੇ ਆ। ਅਸਲ ਦੇ ਵਿੱਚ ਇੱਥੋਂ ਹੀ ਸ਼ੁਰੂ ਕਰਦੇ ਹਾਂ ਆਪਾਂ, ਜੇ ਥੋੜੀ ਜਿਹੀ ਆਪਾਂ ਜ਼ਮੀਨੀ ਹਕੀਕਤ ਜਾਂ ਕਾਜ਼ ਰੂਟ ਕੀ ਨੇ, ਕੀ ਹੁੰਦੀ ਹੈ ਓਬੇਸਿਟੀ ਜਾਂ ਮੋਟਾਪਾ ਕੀ ਹੁੰਦਾ? ਹਾਂਜੀ, ਇਹ ਇੱਕ ਬਹੁਤ ਹੀ ਬੇਸਿਕ ਸਵਾਲ ਹੈ ਜਦੋਂ ਅਸੀਂ ਓਬੇਸਿਟੀ ਜਾਂ ਮੋਟਾਪੇ ਦੀ ਗੱਲ ਕਰਦੇ ਹਾਂ ਜੀ। ਦੇਖੋ, ਜਦੋਂ ਅਸੀਂ ਮੈਡੀਕਲੀ ਕਿਸੇ ਨੂੰ ਓਬੀਸ ਕਹਿੰਦੇ ਆ ਜਾਂ ਕਹਿੰਦੇ ਉਹਨੂੰ ਮੈਡੀਕਲੀ ਮੋਟਾਪਾ ਹੈ, ਤੇ ਆਪਾਂ 2 ਚੀਜ਼ਾਂ ਵੇਖਦੇ ਹਾਂ। ਇੱਕ ਦੇਖਦੇ ਹਾਂ ਉਹਨਾਂ ਦੀ ਹਾਈਟ ਕਿੰਨੀ ਹੈ, ਇੱਕ ਦੇਖਦੇ ਹਾਂ ਕਿ ਉਹਨਾਂ ਦਾ weight ਕਿੰਨਾ ਹੈ। ਕਿਉਂਕਿ ਕਈ ਵਾਰੀ ਵੱਡੇ ਬੰਦੇ ਹੁੰਦੇ ਨੇ, ਉਹਨਾਂ ਦਾ weight ਜ਼ਿਆਦਾ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਮੋਟੇ ਨੇ ਜਸਟ ਬਿਕੋਜ਼ ਉਹਨਾਂ ਦਾ weight ਜ਼ਿਆਦਾ ਹੈ ਜੀ।
ਤੇ ਆਪਾਂ ਇੱਕ ਕੈਲਕੂਲੇਸ਼ਨ ਕਰਦੇ ਆ, ਉਹਦਾ ਨਾਮ ਹੈ ਬੋਡੀ ਮਾਸ ਇੰਡੈਕਸ BMI। ਇਹ ਤੁਹਾਡੇ ਹਾਈਟ ਤੇ weight ਦੇ ਉੱਤੇ ਡਿਪੈਂਡੈਂਟ ਹੈ, ਠੀਕ ਹੈ। ਤੇ ਫਿਰ BMI ਦੀ ਆਪਾਂ ਵੇਰੀਅਸ ਕੈਟਾਗਰੀ ਕਹਿੰਦੇ ਆ। ਜਿਹੜੀ ਨਾਰਮਲ ਕੈਟਾਗਰੀ ਹੁੰਦੀ ਹੈ ਉਹ ਯੂਜੂਅਲੀ 18 ਤੋਂ 24 ਦੇ ਵਿੱਚ ਹੁੰਦੀ ਹੈ, ਠੀਕ ਹੈ। ਪਰ ਜੇ 25 ਤੋਂ 29 ਤੱਕ ਹੋਏ ਤੇ ਆਪਾਂ ਕਹਿੰਦੇ ਆ ਬੰਦਾ ਓਵਰਵੇਟ ਹੋ ਗਿਆ ਹੈ। ਸਿਮਿਲਰਲੀ ਜੇ 30 ਤੋਂ ਉੱਤੇ ਹੋ ਜਾਏ ਤਾਂ ਫਿਰ ਆਪਾਂ ਕਹਿੰਦੇ ਆ ਕਿ ਮੋਟਾਪੇ ਦੀ ਬਿਮਾਰੀ ਸ਼ੁਰੂ ਹੋ ਗਈ ਹੈ ਜੀ, ਠੀਕ ਹੈ। ਤੇ ਜਿਵੇਂ ਜਿਵੇਂ BMI ਵੱਧਦੀ ਹੈ ਉਵੇਂ ਉਵੇਂ ਮੋਟਾਪਾ ਵੱਧਦਾ ਹੈ। ਤੇ ਜੇ ਤੁਹਾਡੀ BMI ਜਾਂ ਬੋਡੀ ਮਾਸ ਇੰਡੈਕਸ 30 ਤੋਂ ਉੱਤੇ ਹੈ ਤੇ ਫਿਰ ਮੋਟਾਪੇ ਦੀ ਬਿਮਾਰੀ ਸ਼ੁਰੂ ਹੋ ਗਈ ਹੈ। ਤੇ ਇਹ ਹੈ ਜਿਹਨੂੰ ਆਪਾਂ ਮੋਟਾਪਾ ਮੈਡੀਕਲੀ ਟਰਮ ਚ ਕਹਿੰਦੇ ਆ। ਸੋ ਅਗਰ ਇਸੇ ਨੂੰ ਆਪਾਂ ਦੇਖਿਆ ਜਾਵੇ ਤਾਂ ਅਗਰ ਜਿਹੜੀ ਤੁਸੀਂ ਅੰਕੜੇ ਦੱਸੇ ਨੇ ਜਾਂ ਮਾਪਦੰਡ ਦੱਸੇ ਨੇ ਉਹਨੂੰ ਕਿਵੇਂ ਨਿਰਖ ਕੀਤੀ ਜਾ ਸਕਦੀ ਹੈ? ਕੀ ਸਿਰਫ ਡਾਕਟਰ ਹੀ ਦੱਸ ਸਕਦਾ ਤੁਹਾਨੂੰ? ਨਹੀਂ, BMI ਤੁਸੀਂ ਆਪ ਵੀ ਕੈਲਕੂਲੇਟ ਕਰ ਸਕਦੇ ਹੋ ਆਪਣੀ, ਠੀਕ ਹੈ। BMI ਜਿਵੇਂ ਹੁੰਦਾ ਤੁਹਾਡੀ ਹਾਈਟ ਕਿੰਨੀ ਹੈ ਮੀਟਰ ਚ, ਕਿੰਨੇ ਮੀਟਰ ਤੁਹਾਡੀ ਹਾਈਟ ਹੈ, ਤੇ ਉਹਨੂੰ ਤੁਸੀਂ ਡਿਵਾਈਡ ਕਰਦੇ ਹੋ ਆਪਣੇ weight ਨਾਲ, ਜਿਹੜਾ ਅਸੀਂ ਕਿਲੋਗ੍ਰਾਮ ਚ ਲੈਂਦੇ ਆ, ਠੀਕ ਹੈ। ਤੇ ਕਿਲੋਗ੍ਰਾਮ ਵਾਲਾ ਜਿਹੜਾ weight ਹੈ ਉਹਦੇ ਤੋਂ 2 ਵਾਰੀ ਡਿਵਾਈਡ ਕਰਨਾ ਹੈ। ਫੋਰ ਐਗਜ਼ਾਮਪਲ ਜੇ ਮੇਰੀ ਹਾਈਟ 1.6 ਮੀਟਰ ਹੈ ਜੀ ਤੇ ਮੇਰਾ ਵਜਨ 60 ਕਿਲੋ ਹੈ ਤੇ ਮੇਰਾ ਜਿਹੜਾ ਸੌਰੀ अब मैं उल्टा कह गई, ਤੁਹਾਡਾ weight ਕਿੰਨਾ ਹੈ ਡਿਵਾਈਡਡ ਬਾਈ ਹਾਈਟ 2 ਟਾਈਮਸ। ਹਾਂ ਸੌਰੀ ਮੈਂ ਉਲਟਾ ਕਹਿ ਗਈ, ਮਾਫੀ ਚਾਹਨੀ ਆ। ਤੇ weight in kilograms divided by your height which is 1.6 here and then again divided by 1.6, so weight by height in meter squared ਆਪਾਂ ਕਹਿੰਦੇ ਆ। ਤੇ ਕੋਈ ਵੀ ਕੈਲਕੂਲੇਟ ਕਰਦਾ ਤੇ ਇਹਦੇ ਦੇਖੋ ਤੁਹਾਡਾ ਨੰਬਰ ਕਿੰਨਾ ਆਂਦਾ ਹੈ। ਜੇ ਉਹ ਨੰਬਰ 25 ਤੋਂ 29 ਦੇ ਵਿੱਚ ਹੈ ਦੈਨ ਤੁਹਾਨੂੰ ਓਵਰਵੇਟ ਹੈ, ਬਟ ਜੇ 30 ਜਾਂ 30 ਤੋਂ ਉੱਤੇ ਹੈ ਤੇ ਫਿਰ ਤੁਹਾਨੂੰ ਮੋਟਾਪਾ ਹੈ। ਸੋ ਅਗਰ ਜੀ ਦੋਨੇ ਗੱਲਾਂ ਨੂੰ ਆਪਾਂ ਥੋੜਾ ਜਿਹਾ ਜੋ ਤੁਲਨਾਤਮਕ ਤਰੀਕੇ ਨਾਲ ਦੇਖੀਏ, ਅਗਰ ਕਈਆਂ ਦੇ ਢਿੱਡ ਨਹੀਂ ਵਧਿਆ ਹੁੰਦਾ ਜਾਂ ਕਹਿ ਲਓ ਕਿ ਵਜਨ ਵਧਿਆ ਹੁੰਦਾ, ਭਾਰ ਵਧਿਆ ਹੁੰਦਾ ਹਾਈਟ ਦੇ ਮੁਤਾਬਕ ਜਿਹਨਾਂ ਦਾ ਭਾਰ ਵਧਿਆ ਹੁੰਦਾ, ਲੇਕਿਨ ਮੋਟਾਪਾ ਜਾਂ ਢਿੱਡ ਬਾਹਰ ਨਹੀਂ ਨਿਕਲਿਆ ਹੁੰਦਾ, ਤੇ ਮੈਡਮ ਅਸੀਂ ਉਸ ਨੂੰ ਕਿੰਨਾ ਕੁ ਡੇਂਜਰਸ ਜਾਂ ਕਿੰਨਾ ਖਤਰਨਾਕ ਮੰਨਦੇ ਹਾਂ? ਦੇਖੋ ਜੇ ਤੁਹਾਡੀ BMI 30 ਤੋਂ ਉੱਤੇ ਹੈ ਤੇ ਦਿਖਾਇਆ ਗਿਆ ਹੈ ਵੇਰੀਅਸ ਸਟੱਡੀਜ਼ ਨੇ, ਰਿਸਰਚ ਨੇ, ਕਿ ਜਿਵੇਂ ਜਿਵੇਂ ਤੁਹਾਡਾ ਭਾਰ ਵੱਧਦਾ ਹੈ ਉਵੇਂ ਉਵੇਂ ਤੁਹਾਨੂੰ ਕੁਝ ਹੋਰ ਬਿਮਾਰੀਆਂ ਦੇ ਰਿਸਕ ਵੱਧ ਜਾਂਦੇ ਨੇ ਭਾਰ ਵਧਣ ਦੇ ਨਾਲ। ਤੇ ਜੇ ਆਪਾਂ ਆਪਣੀ ਬੋਡੀ ਲਈਏ ਤਾਂ ਬੇਸਿਕਲੀ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਆਰਗਨ ਹੈ ਤੁਹਾਡਾ ਬੋਡੀ ਦਾ, ਉਹ ਇਸ ਮੋਟਾਪੇ ਨਾਲ ਪ੍ਰਭਾਵਿਤ ਹੋ ਸਕਦਾ ਹੈ। ਠੀਕ ਹੈ ਜੀ। ਜੇ ਆਪਾਂ ਜਨਰਲੀ ਦੇਖੀਏ ਮੋਸਟ ਕਾਮਨ ਜਿਹੜੀ ਬਿਮਾਰੀਆਂ ਵੱਧਦੀ ਹੈ ਜਿਵੇਂ ਜਿਵੇਂ ਭਾਰ ਵੱਧਦਾ ਹੈ, ਉਸ ਤੋਂ ਸਭ ਤੋਂ ਪਹਿਲਾਂ ਆਉਂਦੀ ਹੈ ਡਾਇਬੀਟੀਜ਼ ਜਾਂ ਸ਼ੂਗਰ ਦੀ ਬਿਮਾਰੀ, ਫਿਰ ਆਉਂਦੀ ਹੈ ਹਾਰਟ ਡਿਜ਼ੀਜ਼, ਹਾਰਟ ਅਟੈਕ, ਕੋਲੇਸਟ੍ਰੋਲ ਦੀ ਬਿਮਾਰੀ ਜੀ, ਫਿਰ ਗੋਡਿਆਂ ਦੀ, ਜਿਵੇਂ ਆਪਾਂ ਕਹਿੰਦੇ ਆ ਗੋਡਿਆਂ 'ਚ ਆਰਥਰਾਈਟਿਸ ਹੋ ਗਿਆ, ਜਿਵੇਂ ਜਿਵੇਂ ਮੋਟਾਪਾ ਵੱਧਦਾ ਹੈ ਉਹ ਆਰਥਰਾਈਟਿਸ ਦੀ ਬਿਮਾਰੀ ਜ਼ਿਆਦਾ ਵੱਧਦੀ ਹੈ। ਠੀਕ ਹੈ। ਇੱਕ ਹੋਰ ਚੀਜ਼ ਹੈ ਜਿਵੇਂ ਡਿਪਰੈਸ਼ਨ, ਮਾਨਸਿਕ ਬਿਮਾਰੀਆਂ ਜਿਵੇਂ ਹੁੰਦੀਆਂ ਹੈ, ਜੇ ਮੋਟੇ ਬੰਦੇ ਹੋਣ ਉਹਨਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਜ਼ਿਆਦਾ ਹੋ ਸਕਦੀ ਹੈ। ਠੀਕ ਹੈ। ਠੀਕ ਹੈ। ਫਿਰ ਬਹੁਤ ਟਾਈਪ ਦੇ ਕੈਂਸਰ ਨੇ ਜਿਹੜੇ ਮੋਟਾਪੇ ਨਾਲ ਐਸੋਸੀਏਟਡ ਨੇ। ਦੇ ਤੁਸੀਂ ਮੋਟੇ ਹੋ ਤਾਂ ਤੁਹਾਡਾ ਸਰਟਨ ਕੈਂਸਰਸ ਦਾ ਰਿਸਕ ਵੱਧ ਜਾਂਦਾ ਹੈ। ਫੋਰ ਐਗਜ਼ਾਮਪਲ ਜਿਵੇਂ ਲੇਡੀਜ਼ ਨੇ ਉਹਨਾਂ 'ਚ ਬ੍ਰੈਸਟ ਕੈਂਸਰ ਜਾਂ ਯੂਟਰਸ ਬੱਚੇਦਾਨੀ ਦੇ ਕੈਂਸਰ ਦਾ, ਤੇ ਜਿਵੇਂ ਆਦਮੀ ਹੈ ਉਹਨਾਂ 'ਚ ਕੋਲਨ ਮਤਲਬ ਜਿਹੜੀ ਆਪਣੀ ਇੰਟੈਸਟਾਈਨ ਹੁੰਦੀਆਂ ਨੇ ਉਹਦਾ ਇੱਕ ਪਾਰਟ ਹੁੰਦਾ ਹੈ, ਉਹਦੇ ਕੈਂਸਰ ਦਾ, ਪ੍ਰੋਸਟੇਟ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ। ਤੇ ਮੈਂ ਉਹੀ ਆਪਣੇ ਪੇਸ਼ੈਂਟਸ ਨੂੰ ਕਹਿੰਦੀ ਤੁਸੀਂ ਸਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਆਪਣਾ ਆਰਗਨ ਤੇ ਹੱਥ ਲਾਓ, ਉਹ ਸਾਰਾ ਆਰਗਨਸ ਤੁਹਾਡੇ ਮੋਟਾਪੇ ਨਾਲ ਪ੍ਰਭਾਵਿਤ ਹੋ ਸਕਦੇ ਨੇ। ਲਿਵਰ 'ਚ ਫੈਟ ਜੰਮ ਜਾਂਦਾ ਹੈ, ਜਿਵੇਂ ਆਪਾਂ ਕਹਿੰਦੇ ਆ ਗੋਲ ਬਲੈਡਰ, ਪਿੱਤਾ ਹੁੰਦਾ ਹੈ, ਉਹਦੇ 'ਚ ਪੱਥਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਮੋਟਾਪੇ ਦੇ ਨਾਲ ਕਿਡਨੀ 'ਚ ਪੱਥਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਇਸ ਕਰਕੇ ਜਿਵੇਂ ਜਿਵੇਂ ਭਾਰ ਵੱਧਦਾ ਹੈ ਇਨ ਸਭ ਬਿਮਾਰੀਆਂ ਦਾ ਸਾਹ ਲੈਣ 'ਚ ਤਕਲੀਫ ਹੁੰਦੀ ਹੈ, ਕਿਉਂਕਿ ਤੁਹਾਡੀ ਜਿਹੜਾ ਇੱਕ ਲੰਗਸ ਹੁੰਦੇ ਨੇ, ਫੇਫੜਿਆਂ ਦੀ ਕਪੈਸਿਟੀ ਹੁੰਦੀ ਹੈ ਸਾਹ ਲੈਣ ਦੀ, ਜਿਵੇਂ ਜਿਵੇਂ ਮੋਟੇ ਹੁੰਦੇ ਉਹ ਕਪੈਸਿਟੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਆਪਾਂ ਅੱਗੇ ਗੱਲ ਕਰਾਂਗੇ ਜਿਵੇਂ ਕਿ ਕਰੋਨਾ ਵਾਇਰਸ ਇਸ ਦਾ ਕੀ ਲਿੰਕ ਹੈ, ਬਟ ਇਸ ਤਰ੍ਹਾਂ ਸਰ ਤੋਂ ਲੈ ਕੇ ਪੈਰ ਤੱਕ ਕੋਈ ਵੀ ਆਰਗਨ ਹੈ ਤੁਹਾਡਾ ਮੋਟਾਪੇ ਨਾਲ ਪ੍ਰਭਾਵਿਤ ਹੋ ਸਕਦਾ ਹੈ। ਜਦੋਂ ਆਪਾਂ ਮੋਟਾਪੇ ਦੀ ਗੱਲ ਕਰਦੇ ਹਾਂ ਜਾਂ ਭਾਰ ਵਧਣ ਦੀ ਗੱਲ ਕਰਦੇ ਹਾਂ ਵੀ ਸਾਡਾ ਭਾਰ ਵੱਧ ਰਿਹਾ, ਸਾਡੇ ਹਾਈਟ ਦੇ ਮੁਤਾਬਕ ਸਾਡਾ ਭਾਰ ਵੱਧ ਰਿਹਾ ਜਾਂ ਹਾਈਟ ਦੇ ਮੁਤਾਬਕ ਮੋਟਾਪਾ ਵੱਧ ਰਿਹਾ, ਤਾਂ ਉਦੋਂ
ਕੁਝ ਚੀਜ਼ਾਂ ਹੁੰਦੀਆਂ ਨੇ ਕਿ ਸਾਨੂੰ ਪਹਿਲਾਂ ਤਾਂ ਨਜ਼ਰ ਆ ਜਾਂਦਾ ਕਈ ਕਿ ਵੀ ਇਹਦਾ ਮੋਟਾਪਾ ਵੱਧ ਰਿਹਾ ਜਾਂ ਇਹਦਾ ਢਿੱਡ ਬਾਹਰ ਆ ਰਿਹਾ ਜਾਂ ਇਹਦਾ ਸਾਈਡਾਂ ਤੋਂ ਜਿਵੇਂ ਆਪਾਂ ਕਹਿੰਦੇ ਆ ਵੀ ਉਹਦਾ ਬਾਹਰ ਆ ਰਹੇ ਨੇ, ਕਈਆਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਤਾਂ ਅਸੀਂ ਆਪਾਂ ਜਿਹੜੇ ਕੁਝ ਲੱਛਣ ਨੇ ਕਿਵੇਂ ਜਾਣੀਏ ਕਿ ਇਹਨੂੰ ਮੋਟਾਪਾ ਜਿਹੜਾ ਚੜ ਰਿਹਾ? ਜਦੋਂ ਤੁਸੀਂ ਦੱਸਿਆ ਭਾਰ ਦੀ ਗੱਲ ਕਿ ਤੁਸੀਂ ਭਾਰ ਦੇ ਅਕੋਰਡਿੰਗ ਆਪਣੀ ਹਾਈਟ ਦੇ ਅਕੋਰਡਿੰਗ ਤੁਸੀਂ ਉਸ ਨੂੰ ਮਾਪ ਸਕਦੇ ਹੋ, ਤਾਂ ਬਹੁਤੀ ਵਾਰੀ ਇਹ ਚੀਜ਼ਾਂ ਨਹੀਂ ਵੀ ਦੇਖਣ ਨੂੰ ਮਿਲਦੀਆਂ। ਤਾਂ ਮੈਂ ਉਹ ਕਹਿਣਾ ਕਿ ਵੀ ਕੁਝ ਹੋਰ ਵੀ ਇਸ ਤਰ੍ਹਾਂ ਦੇ ਲੱਛਣ ਨੇ ਕਿ ਸਾਨੂੰ ਆਪਣਾ ਜਿਹੜਾ ਨਿਰੀਖਣ ਸੈਲਫ ਨਿਰੀਖਣ ਆ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ। ਤਾਂ ਕਿਵੇਂ ਜਾਚੀਏ ਇਹਨੂੰ? ਮੋਸਟ ਕਾਮਨ ਜੀ ਉਹੀ ਹੈ ਕਿ ਤੁਸੀਂ ਆਪਣਾ weight ਕਰੋ ਤੇ weight ਤੇ ਹਾਈਟ ਨਾਲ BMI, ਇਹ ਸਾਡਾ ਜਿਹੜਾ ਹੈ ਇੱਕ ਬੇਸਿਕ ਟੂਲ ਹੈ ਜਿਹੜਾ ਆਪਾਂ ਸਾਰੇ ਪੇਸ਼ੈਂਟਸ ਦਾ ਯੂਜ਼ ਕਰਦੇ ਆ। ਠੀਕ ਹੈ। ਬਟ ਜੇ ਤੁਹਾਨੂੰ ਬਾਕੀ ਬਿਮਾਰੀਆਂ ਵੀ ਹੋ ਰਹੀਆਂ ਨੇ, ਜਿਵੇਂ ਮੈਂ ਦੱਸਿਆ ਹੋਰ ਪ੍ਰੋਬਲਮਸ ਹੋ ਰਹੀਆਂ ਨੇ, ਤੇ ਆਪਣੇ ਡਾਕਟਰ ਕੋਲ ਜਾ ਕੇ ਆਪਣੀ ਜਾਂਚ ਜ਼ਰੂਰ ਕਰਾਓ। ਇੱਕ ਚੀਜ਼ ਹੁੰਦੀ ਆ ਆਪਾਂ ਕਹਿੰਦੇ ਆ ਐਬਡੋਮੀਨਲ ਸਰਕਮਫਰੈਂਸ, ਕਿ ਉਹ ਪੇਟ ਹੈ ਤੁਹਾਡਾ, ਵੇਸਟ ਹੈ ਤੇ ਤੁਹਾਡਾ ਜਿਹੜਾ ਹਿਪਸ ਹੈ, ਤੇ ਵੇਸਟ ਤੇ ਹਿਪ ਦਾ ਮਾਪ ਲੈ ਕੇ ਫਿਰ ਉਹਦੀ ਅੱਗੇ ਮੈਜ਼ਰਮੈਂਟਸ ਹੁੰਦੀਆਂ, ਆਪਾਂ ਮੈਂ ਉਨੀ ਡਿਟੇਲ ਚ ਨਹੀਂ ਜਾਵਾਂਗੀ, ਤੇ ਉਹ ਵੀ ਇੱਕ ਸਰਟਨ ਨੰਬਰ ਤੋਂ ਉੱਤੇ ਹਨ ਤੇ ਉਹ ਵੀ ਇੰਡੀਕੇਟ ਕਰਦੀਆਂ ਨੇ ਕਿ ਮੇਬੀ ਤੁਹਾਨੂੰ ਮੋਟਾਪੇ ਦੀ ਬਿਮਾਰੀ ਹੋ ਰਹੀ ਹੈ। ਜੀ, ਸੋ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਡਾਕਟਰ ਸ਼ਵੇਤਾ ਮਹਿਤਾ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ weight ਮੈਨੇਜਮੈਂਟ ਸਪੈਸ਼ਲਿਸਟ ਨੇ, ਔਰ ਉਹਨਾਂ ਨੇ ਜੋ ਉਹਨਾਂ ਦੇ ਤਜਰਬੇ ਦੇ ਨਾਲ ਜੋ ਉਹਨਾਂ ਨੇ UK ਦੇ ਵਿੱਚ ਤਜਰਬਾ ਕੀਤਾ, ਫਿਰ ਕੈਨੇਡਾ ਦੇ ਵਿੱਚ ਤਜਰਬਾ ਕਰ ਰਹੇ ਨੇ, ਆਪਣੇ ਤਜਰਬੇ ਦੇ ਨਾਲ weight ਮੈਨੇਜਮੈਂਟ ਸਪੈਸ਼ਲਿਸਟ ਅੱਜ ਤੁਹਾਨੂੰ ਦੱਸ ਰਹੇ ਨੇ ਕਿ ਮੋਟਾਪਾ ਜਾਂ ਭਾਰ ਵਧਣ ਦੇ ਕੀ ਕਾਰਨ ਨੇ, ਕਿਵੇਂ ਉਹਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਹੈ ਪਹਿਲਾਂ ਹੀ ਮੋਟਾਪੇ ਤੋਂ, ਉਹ ਕਿਵੇਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਤਾਂ ਉਹਦੇ ਲਈ ਤੁਸੀਂ ਨੰਬਰ, ਜੇ ਤੁਸੀਂ ਇੱਕ ਸਵਾਲ ਕੋਈ ਕਰਨਾ ਜਾਂ ਤੁਸੀਂ ਕੋਈ ਹੋਰ ਮਸ਼ਵਰਾ ਕਰਨਾ ਚਾਹੁੰਦੇ ਆ ਤਾਂ 647 497 9904 647 497 9904 8904 ਲਾਸਟ ਡਿਜਿਟ ਹੈ, ਤੁਸੀਂ ਕਾਲ ਕਰ ਸਕਦੇ ਆ। ਸੋ ਮੈਡਮ, ਮੋਟਾਪੇ ਦੇ ਇਹ ਤਾਂ ਸਾਨੂੰ ਲੱਛਣ ਪਤਾ ਲੱਗ ਗਏ। ਜੇ ਕਾਰਨ ਦੀ ਗੱਲ ਕਰੀਏ, ਜੇ ਕਾਰਨ ਵੱਲ ਨੂੰ ਜਾਣਨਾ ਚਾਹੀਏ, ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਸਭ ਨੂੰ ਪਤਾ ਕਿ ਬੰਦਾ ਬਹੁਤ ਖਾਂਦਾ ਹੋਊਗਾ, ਸ਼ਾਇਦ ਮੋਟਾਪਾ ਚੜ ਗਿਆ। ਹੋਰ ਵੀ ਇਸ ਤੋਂ ਬਿਨਾਂ ਕਾਰਨ ਹੁੰਦੇ ਨੇ, ਜੇ ਡਾਈਟ ਇੱਕ ਮੇਜਰ ਕਾਰਨ ਹੋ ਸਕਦਾ। ਇਸ ਤੋਂ ਇਲਾਵਾ ਕਿਹੜੇ ਕਾਰਨ ਆ ਮੋਟਾਪੇ ਦੇ ਜਾਂ ਭਾਰ ਵਧਣ ਦੇ? ਇਹ ਤੁਸੀਂ ਬਹੁਤ ਸਹੀ ਸਵਾਲ ਕੀਤਾ ਹੈ, ਕਿਉਂਕਿ ਪਿਛਲੇ 20 ਤੋਂ 25 ਸਾਲਾਂ 'ਚ ਮੋਟਾਪੇ ਦੇ ਵਿੱਚ ਬਹੁਤ ਰਿਸਰਚ ਹੋਈ ਹੈ। ਇਸ ਤੋਂ ਪਹਿਲਾਂ ਸਾਨੂੰ ਮੋਟਾਪੇ ਬਾਰੇ ਇੰਨਾ ਨਹੀਂ ਪਤਾ ਸੀ ਤੇ ਅਸੀਂ ਸਿਰਫ ਇਹ ਕਹਿੰਦੇ ਸੀ ਕਿ ਇਹ ਮੋਟਾ ਬੰਦਾ ਹੈ, ਖਾਂਦਾ ਬਹੁਤ ਹੋਏਗਾ, ਇਹ ਕੋਈ ਐਕਸਰਸਾਈਜ਼ ਨਹੀਂ ਕਰਦਾ ਹੋਏਗਾ, ਇਹਨੂੰ ਆਪਣੇ ਉੱਤੇ ਕੰਟਰੋਲ ਨਹੀਂ ਹੈ, ਇਹਦੀ ਕੋਈ ਵਿਲ ਪਾਵਰ ਨਹੀਂ ਹੈ, ਇਸ ਕਰਕੇ ਮੋਟਾ ਹੋ ਗਿਆ। ਬਟ ਅੱਜ ਅਸੀਂ ਇਹੋ ਜਿਹਾ ਨਹੀਂ ਸੋਚਦੇ। ਸਾਨੂੰ ਅੱਜ ਦੀ ਡੇਟ 'ਚ ਪਤਾ ਹੈ ਕਿ ਜੋ ਮੋਟਾਪਾ ਹੈ ਇੱਕ ਬਿਮਾਰੀ ਹੈ, ਇੱਕ ਲੰਬੀ ਬਿਮਾਰੀ ਹੈ ਤੇ ਉਹਦੇ ਬਹੁਤ ਸਾਰੇ ਕਾਰਨ ਨੇ, ਹੋ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੇ ਆਪਾਂ ਗੱਲ ਕਰਦੇ ਹਾਂ ਜੈਨੇਟਿਕਸ ਦੀ। ਜੈਨੇਟਿਕਸ ਮਤਲਬ ਕਿ ਕੀ ਤੁਹਾਡੀ ਫੈਮਿਲੀ 'ਚ ਹੋਰ ਫੈਮਿਲੀ ਮੈਂਬਰਸ ਨੇ ਜਿਹੜੇ ਵੱਡੇ ਸਰੀਰ 'ਚ ਰਹਿੰਦੇ ਨੇ, ਜਿਨ੍ਹਾਂ ਦਾ ਸਰੀਰ ਵੱਡਾ ਹੈ, ਜਿਨ੍ਹਾਂ ਨੂੰ ਮੋਟਾਪਾ ਹੈ, ਚਾਂਸਸ ਹੈ ਕਿ ਜੇ ਇਹੋ ਜਿਹਾ ਹੈ ਤੇ ਤੁਹਾਨੂੰ ਵੀ ਸੇਮ ਜੀਨਸ ਮਿਲ ਰਹੇ ਹਨ। ਠੀਕ ਹੈ। ਤੇ ਇਸ ਕਰਕੇ ਤੁਹਾਡੀ ਬਾਡੀ ਵੀ ਟੈਂਡੈਂਸੀ ਇਹ ਹੈ ਕਿ ਉਹ ਸਾਰਾ ਫੈਟ ਪਕੜ ਕੇ ਬੈਠਦੀ ਹੈ, ਉਹਨੂੰ ਜਾਣ ਨਹੀਂ ਦਿੰਦੀ। ਤੇ ਤੁਸੀਂ ਜੇ ਥੋੜਾ ਵੀ, ਜੇ ਕਹਿੰਦੇ ਥੋੜਾ ਖਾਇਓ ਤਾਂ ਲੱਗ ਗਿਆ, ਇਹ ਉਸ ਟਾਈਪ ਦੀ ਬਾਡੀਜ਼ ਹੁੰਦੀਆਂ ਨੇ ਜਿਨ੍ਹਾਂ 'ਚ ਜਿਹੜੀ ਤੁਹਾਡੀ એનર્ਜੀ ਹੈ ਉਹ ਸਟੋਰ ਹੁੰਦੀ ਹੈ। ਤੇ એનર્ਜੀ ਸਟੋਰ ਕਿਵੇਂ ਹੁੰਦੀ ਹੈ? ਫੈਟ ਕਰਕੇ। ਬਹੁਤੀ ਵਾਰੀ ਜਦੋਂ ਆਪਾਂ ਸੁਣਦੇ ਆ ਨਾ ਤੇ ਉਹ ਕਹਿੰਦੇ ਆ ਕਿ ਪਾਣੀ ਵੀ ਪੀ ਲਾਂ ਤੇ ਪਾਣੀ ਵੀ ਲੱਗ ਜਾਂਦਾ, ਤਾਂ ਸ਼ਾਇਦ ਤੁਸੀਂ ਕਹਿ ਰਹੇ ਕਿ ਉਹ ਜੈਨੇਟਿਕ ਹੁੰਦਾ। ਜੈਨੇਟਿਕ ਹੁੰਦਾ ਹੈ ਕਿ ਤੁਸੀਂ ਥੋੜਾ ਜਿਹਾ ਵੀ ਲੈਂਦੇ ਹੋ ਤੇ ਤੁਹਾਡੀ ਬਾਡੀ ਉਹ ਸਟੋਰ ਕਰਦੀ ਹੈ, ਤੇ ਜੈਨੇਟਿਕ ਪ੍ਰੀਡਿਸਪੋਜੀਸ਼ਨ ਕਹਿੰਦੇ ਆ ਆਪਾਂ ਨੂੰ, ਸਪੈਸ਼ਲੀ ਜੇ ਫੈਮਿਲੀ 'ਚ ਹੈ। ਫਿਰ ਲਾਈਫਸਟਾਈਲ ਇਜ਼ ਅ ਵੈਰੀ ਬਿਗ ਫੈਕਟਰ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਲਾਈਫਸਟਾਈਲ 'ਚ ਆਪਾਂ 4 ਚੀਜ਼ਾਂ ਦੀ ਮੇਨ ਗੱਲ ਕਰਦੇ ਹਾਂ। ਇੱਕ ਡਾਈਟ ਤਾਂ ਡੈਫੀਨਿਟਲੀ ਹੋਗੀ, ਖਾਣ ਪੀਣ ਦਾ ਕਿਵੇਂ ਹੋਇਆ ਜੀ, ਐਕਸਰਸਾਈਜ਼, ਤੁਹਾਡੀ ਫਿਜ਼ੀਕਲ ਐਕਟੀਵਿਟੀ ਕਿੰਨੀ ਹੈ, ਉਹ ਬਹੁਤ ਡਿਪੈਂਡ ਕਰਦੀ ਹੈ। ਤੇ 2 ਹੋਰ ਚੀਜ਼ਾਂ ਆਪਾਂ ਕਹਿੰਦੇ ਆ, ਉਹ ਕਹਿੰਦੇ ਆ ਸਟ੍ਰੈਸ ਤੇ ਸਲੀਪ। ਤੇ ਜੇ ਕਿਸੇ ਨੂੰ ਸਟ੍ਰੈਸ ਜ਼ਿਆਦਾ ਹੈ, ਠੀਕ ਹੈ, ਸਟ੍ਰੈਸ ਨਾਲ ਕੀ ਹੁੰਦਾ ਹੈ, 2-3 ਚੀਜ਼ਾਂ ਹੁੰਦੀਆਂ ਨੇ। ਬਾਡੀ 'ਚ ਸਰਟਨ ਸਟ੍ਰੈਸ ਹਾਰਮੋਨ ਹੁੰਦੇ ਨੇ ਜਿਹੜੇ ਵੱਧ ਜਾਂਦੇ ਨੇ, ਤੇ ਉਹ ਸਟ੍ਰੈਸ ਹਾਰਮੋਨ ਕੀ ਕਰਦੇ ਨੇ, ਅਲਟੀਮੇਟਲੀ ਤੁਹਾਡੀ ਭੁੱਖ ਵਧਾਉਂਦੇ ਨੇ ਤੇ ਤੁਹਾਡਾ ਜਿਹੜਾ ਫੈਟ ਹੈ ਉਹ ਜਿਵੇਂ ਤੁਹਾਡਾ ਸੈਂਟਰਲ ਪੋਰਸ਼ਨ ਹੈ ਉਹਦੇ ਜਾ ਕੇ ਡਿਪੋਜ਼ਿਟ ਕਰਦੇ ਨੇ। ਠੀਕ ਹੈ, ਤੇ ਉਸ ਕਰਕੇ ਮੋਟਾਪਾ ਵੱਧਦਾ ਹੈ। ਸਿਮਿਲਰਲੀ ਸਲੀਪ, ਜੇ ਤੁਸੀਂ ਬਹੁਤ ਘੱਟ ਸੋ ਜਾਂ ਫਿਰ ਬਹੁਤ ਜ਼ਿਆਦਾ ਸੋ, ਦੋਨਾਂ 'ਚ ਹੀ ਕਹਿੰਦੇ ਆ ਸਲੀਪ ਵੀ ਮੋਟਾਪੇ ਨਾਲ ਰਿਲੇਟਡ ਹੈ। ਆਪਾਂ ਕਹਿੰਦੇ ਆ ਇੱਕ ਐਵਰੇਜ ਬੰਦੇ ਦੀ ਸਲੀਪ 7 to 8 ਆਵਰਸ ਹੋਣੀ ਚਾਹੀਦੀ ਹੈ, ਇੱਕ ਰੈਸਟਫੁਲ ਸਲੀਪ। ਜੇ ਤੁਸੀਂ ਸਹੀ ਤਰੀਕੇ ਨਾਲ ਨਹੀਂ ਸੋ ਰਹੇ ਤਾਂ ਫਿਰ ਵੀ ਮੋਟਾਪਾ ਵੱਧਦਾ ਹੈ।
ਦੈਨ ਬਹੁਤ ਸਾਰੀ ਬਿਮਾਰੀਆਂ ਨੇ ਜਿਹੜੀ ਮੋਟਾਪੇ ਨਾਲ ਰਿਲੇਟਡ ਨੇ, ਬਹੁਤ ਸਾਰੀ ਹਾਰਮੋਨਲ ਪ੍ਰੋਬਲਮਸ ਹੈ। ਆਪਾਂ ਡਿਟੇਲ 'ਚ ਨਹੀਂ ਜਾਵਾਂਗੇ, ਬਟ ਜਸਟ ਟੂ ਮੈਂਸ਼ਨ ਕਈ ਵਾਰੀ ਥਾਇਰੋਇਡ ਦੀ ਬਿਮਾਰੀ ਹੋਈ, ਠੀਕ ਹੈ, ਜਾਂ ਆਪਾਂ ਇੱਕ ਹੋਰ ਕਹਿੰਦੇ ਆ ਕੁਸ਼ਿੰਗ ਬਿਮਾਰੀ ਹੋਈ, ਜਾਂ ਆਪਾਂ ਕਹਿੰਦੇ ਆ ਕਿਸ ਲੇਡੀਜ਼ ਨੂੰ ਕਈ ਵਾਰੀ ਪੋਲੀਸਿਸਟਿਕ ਓਵਰੀਜ਼ ਹੁੰਦੀਆਂ ਨੇ ਇੱਕ ਬਿਮਾਰੀ, ਉਹ ਹੋ ਜਾਣ ਤੇ ਫਿਰ ਮੋਟਾਪਾ ਵੱਧ ਜਾਂਦਾ ਹੈ। ਠੀਕ ਹੈ। ਸਿਮਿਲਰਲੀ ਕੁਝ ਮੈਡੀਸਿਨਸ ਨੇ, ਜੇ ਆਪਾਂ ਮੈਡੀਸਿਨਸ ਦੀ ਗੱਲ ਕਰੀਏ, ਜਿਵੇਂ ਕੁਝ ਲੋਕ ਜਿਹੜੇ ਇਨਸੂਲਿਨ ਲੈਂਦੇ ਨੇ ਡਾਇਬੀਟੀਜ਼ ਵਾਸਤੇ, ਜਾਂ ਸਟੀਰੋਇਡਸ ਲੈਂਦੇ ਨੇ, ਜਾਂ ਜਿਸੇ ਕਈਆਂ ਨੂੰ ਦਿਮਾਗੀ ਬਿਮਾਰੀਆਂ ਹੁੰਦੀਆਂ ਨੇ ਉਹ ਲੈਂਦੇ ਨੇ, ਉਹਦੇ ਲਈ ਮੈਡੀਕੇਸ਼ਨਸ ਉਹ ਵੀ ਮੋਟਾਪੇ ਨਾਲ ਐਸੋਸੀਏਟਡ ਹੁੰਦੀਆਂ, ਮਤਲਬ ਦਵਾਈਆਂ ਦੇ ਨਾਲ ਵੀ ਮੋਟਾਪਾ ਵੱਧ ਹੋ ਸਕਦਾ ਹੈ, ਕੁਝ ਦਵਾਈਆਂ ਨਾਲ, ਰਾਈਟ। ਸੋ ਇਸ ਲਈ ਮੋਟਾਪਾ ਸਿਰਫ ਇਹ ਨਹੀਂ ਕਿ ਉਹ ਖਾਂਦਾ ਜ਼ਿਆਦਾ ਜਾਂ ਘੱਟ ਖਾਂਦਾ ਹੈ, ਮੋਟਾਪੇ ਦਾ ਹੋਰ ਵੀ ਬੜੇ ਫੈਕਟਰਸ ਹੁੰਦੇ ਨੇ ਜਿਹੜਾ ਤੁਹਾਡਾ weight बढ़ाते ने। फिर ਸੋ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਉਹਦੇ ਤੋਂ ਇਲਾਵਾ ਬਹੁਤੀ ਵਾਰੀ ਜਦੋਂ ਆਪਾਂ ਅਲਕੋਹਲਿਕ ਬੰਦਿਆਂ ਨੂੰ ਦੇਖਦੇ ਜਿਹੜੇ ਨਸ਼ਾ ਕਰਦੇ, ਸ਼ਰਾਬ ਪੀਂਦੇ ਨੇ, ਜਾਂ ਕੋਈ ਸਿਗਰਟ ਦਾ ਸੇਵਨ ਕਰਦਾ, ਜਾਂ ਇਸ ਤੋਂ ਇਲਾਵਾ ਹੋਰ ਕੋਈ ਨਸ਼ੇ ਨੇ, ਕੀ ਇਹ ਵੀ ਮੋਟਾਪੇ ਦੇ ਕਾਰਨ ਹੋ ਸਕਦੇ ਨੇ? ਇਹ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਦੇਖੋ ਜੀ, ਜਿਹੜੇ ਲੋਕ ਐਲਕੋਹਲ ਪੀਂਦੇ ਨੇ ਉਹਨਾਂ 'ਚ ਦੋ ਤਰ੍ਹਾਂ ਦਾ ਹੈ। ਐਲਕੋਹਲਿਕਸ ਹੈ, ਜਾਂ ਤਾਂ ਉਹ ਸਿਰਫ ਐਲਕੋਹਲ ਪੀ ਰਹੇ ਹੈ, ਹੋਰ ਕੁਝ ਹੋਰ ਨਹੀਂ ਖਾ ਪੀ ਰਹੇ, ਠੀਕ ਹੈ, ਠੀਕ ਹੈ, ਤੇ ਬਾਕੀ ਉਹਨਾਂ ਦਾ ਕਈ ਵਾਰੀ ਸਰੀਰ ਸੁੱਕਣ ਲੱਗ ਪੈਂਦਾ ਹੈ, ਬਿਲਕੁਲ। ਬਟ ਐਟ ਦ ਸੇਮ ਟਾਈਮ ਕਈ ਵਾਰੀ ਹੁੰਦੇ ਤੁਸੀਂ ਐਲਕੋਹਲ ਵੀ ਲੈ ਰਹੇ ਹੋ, ਜ਼ਿਆਦਾ ਲੈ ਰਹੇ ਹੋ, ਉਹਦੇ ਨਾਲ ਵੀ ਹੋਰ ਚੀਜ਼ਾਂ ਖਾ ਰਹੇ ਹੋ, ਕਿ ਐਲਕੋਹਲ ਨਾਲ ਅੱਛਾ ਨਮਕੀਨ ਲੈ ਲਿਆ, ਥੋੜਾ ਤਲਿਆ ਲੈ ਲਿਆ, ਇਹ ਲੈ ਲਿਆ। ਐਲਕੋਹਲ ਅਲਟੀਮੇਟਲੀ ਕੀ ਹੈ? ਐਲਕੋਹਲ ਇਜ਼ ਜਸਟ ਐਮਟੀ ਕੈਲੋਰੀਜ਼ ਜੀ, ਉਹਦਾ ਕੋਈ ਬੋਡੀ 'ਚ ਯੂਜ਼ ਨਹੀਂ ਹੈ, ਤੇ ਬੋਡੀ ਨੂੰ ਉਹ ਕੈਲੋਰੀਜ਼ ਯੂਜ਼ ਨਹੀਂ ਕਰਨੀਆਂ, ਉਹਨਾਂ ਨੇ ਉਸ ਕੈਲੋਰੀਜ਼ ਨੂੰ ਕੀ ਕਰਨਾ ਹੈ? ਫੈਟ ਬਣਾ ਕੇ ਸਟੋਰ ਕਰ ਲੈਣਾ ਹੈ। ਜਿਹੜੀ ਸ਼ਰਾਬ ਆ ਉਹ ਨਿਰੀ ਕੈਲੋਰੀਜ਼ ਹੈ, ਹਾਂਜੀ ਹਾਂਜੀ, ਹੈ ਨਾ, ਤਾਂ ਉਹਦਾ ਕੋਈ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੈ। ਤਾਂ ਇਸ ਕਰਕੇ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਨੇ ਉਹ ਮੋਟੇ ਵੀ ਹੋ ਸਕਦੇ ਨੇ, ਜੇ ਉਹ ਬਹੁਤ ਜ਼ਿਆਦਾ ਕੈਲੋਰੀਜ਼ ਪਲੱਸ ਨਾਲ ਤੁਸੀਂ ਇੰਨਾ ਕੁਝ ਖਾ ਰਹੇ ਹੋ ਜੇ ਐਲਕੋਹਲ ਦੇ ਨਾਲ। ਬਟ ਐਟ ਦ ਸੇਮ ਟਾਈਮ ਦੂਜੇ ਐਂਡ ਤੇ ਵੀ ਹੋ ਸਕਦਾ ਕਿ ਉਹਨਾਂ ਨੇ ਖਾਣਾ ਪੀਣਾ ਬਿਲਕੁਲ ਬੰਦ ਕਰਤਾ, ਸਿਰਫ ਐਲਕੋਹਲ ਪੀ ਰਹੇ ਹੈ, ਤੇ ਉਹ ਫਿਰ ਇੱਕ ਤਰ੍ਹਾਂ ਦੀ ਵੇਸਟਿੰਗ ਡਿਜ਼ੀਜ਼ ਸ਼ੁਰੂ ਹੋ ਜਾਂਦੀ ਹੈ। ਮਤਲਬ ਉਹ ਮੋਟਾਪਾ ਵਧਣ ਦੀ ਬਜਾਏ ਉਹ ਸੁੱਕਣ ਲੱਗ ਜਾਂਦੇ ਨੇ। ਹਾਂਜੀ, ਸੋ ਇਹ ਤਾਂ ਇੱਕ ਗੱਲ ਰਹੀ ਸ਼ਰਾਬ ਦੀ। ਇਸ ਤੋਂ ਇਲਾਵਾ ਜਿਹੜੇ ਕੋਈ ਮੈਡੀਕਲ ਨਸ਼ੇ ਨੇ, ਜਾਂ ਮਤਲਬ ਜਿਹਨੂੰ ਆਪਾਂ ਸਿੰਥੈਟਿਕ ਨਸ਼ੇ ਵੀ ਕਹਿੰਦੇ ਆ, ਕੀ ਇਹ ਵੀ ਇਸ ਦਾ ਕਾਰਨ ਹੋ ਸਕਦੇ ਨੇ? ਇਹ ਈਜ਼ੀ ਜਵਾਬ ਨਹੀਂ ਹੈ, ਮੈਂ ਇਹ ਕਹਾਂਗੀ ਇੱਥੇ, ਕਿਉਂਕਿ ਕੀ ਹੁੰਦਾ ਜਿਵੇਂ ਮੈਡੀਕਲ ਨਸ਼ੇ ਹੁੰਦੇ ਨੇ ਕਈ ਵਾਰੀ ਕਿ ਉਹਨਾਂ 'ਚ ਕੀ ਹੁੰਦਾ, ਤੁਹਾਡੇ ਬ੍ਰੇਨ 'ਚ ਜਾ ਕੇ ਉਹ ਇੱਕ ਅਸਰ ਕਰਦੇ ਨੇ ਇੱਕ ਪਰਟੀਕੂਲਰ ਏਰੀਆ, ਉਹਨੂੰ ਆਪਾਂ ਕਹਿੰਦੇ ਆ ਪਲੇਜ਼ਰ ਦਾ ਏਰੀਆ। ਪਲੇਜ਼ਰ ਮਤਲਬ ਤੁਹਾਨੂੰ ਉਹ ਚੀਜ਼ ਕਰਕੇ ਮਜ਼ਾ ਆ ਰਿਹਾ ਹੈ, ਐਂਡ ਫॉर द ਸੇਮ ਰੀਜ਼ਨ ਉਹ ਨਸ਼ਾ ਵੀ ਕਰ ਰਹੇ ਨੇ, ਠੀਕ ਹੈ। ਤੇ ਉਹ ਕੀ ਹੁੰਦਾ, ਜਦ ਉਹ ਨਸ਼ਾ ਕਰਦੇ ਨੇ, ਉਹ ਜਿਹੜਾ ਪਲੇਜ਼ਰ ਏਰੀਆ ਹੈ ਬ੍ਰੇਨ ਦਾ, ਉਹਦੇ 'ਚ ਕੈਮੀਕਲਸ ਬਣਨੇ ਸ਼ੁਰੂ ਹੁੰਦੇ ਨੇ, ਜਿਨ੍ਹਾਂ ਕਰਕੇ ਉਹਨਾਂ ਨੂੰ ਬਹੁਤ ਮਜ਼ਾ ਆਉਂਦਾ ਹੈ। ਆਪਾਂ ਕਹਿੰਦੇ ਆ ਫੂਡ ਵੀ ਇੱਕ ਟਾਈਪ ਦੀ ਐਡਿਕਸ਼ਨ ਹੈ। ਅੱਛਾ, ਜੋ ਲੋਕ ਜ਼ਿਆਦਾ ਖਾਂਦੇ ਨੇ ਇਹ ਉਹਨਾਂ 'ਚ ਕੰਟਰੋਲ ਨਹੀਂ ਹੈ। ਕੰਟਰੋਲ ਕਿਉਂ ਨਹੀਂ ਹੈ? ਕਿਉਂਕਿ ਜਦੋਂ ਖਾਣਾ ਖਾਂਦੇ ਨੇ ਤੇ ਬ੍ਰੇਨ ਦੇ ਉਹ ਏਰੀਆ ਉਹਨਾਂ ਦੇ ਕੈਮੀਕਲਸ ਸਿਕ੍ਰੀਟ ਕਰਦੇ ਨੇ, ਤੇ ਉਹਨਾਂ ਨੂੰ ਮਜ਼ਾ ਆਉਂਦਾ ਹੈ ਤੇ ਉਹ ਹੋਰ ਖਾਂਦੇ ਨੇ। ਸਪੈਸ਼ਲੀ ਜਿਹੜੇ ਫੂਡਸ ਵਿਚ ਆਰ ਰਿਚ ਇਨ ਫੈਟਸ ਹੋਏ, ਕਾਰਬੋਹਾਈਡਰੇਟ ਹੋਏ, ਜਾਂ ਜਿਨ੍ਹਾਂ 'ਚ ਨਮਕ ਜ਼ਿਆਦਾ ਹੋਇਆ, ਉਹ ਖਾ ਕੇ ਹਮੇਸ਼ਾ ਸਾਨੂੰ ਮਜ਼ਾ ਕਿਉਂ ਆਉਂਦਾ ਹੈ? ਕਿਉਂਕਿ ਸਾਡੇ ਉਹ ਏਰੀਆਸ ਟ੍ਰਿਗਰ ਹੋ ਰਹੇ ਨੇ ਬ੍ਰੇਨ ਦੇ, ਮਤਲਬ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਤੇ ਇਹ ਰਿਲੇਸ਼ਨ ਹੈ। ਤੇ ਜ਼ਰੂਰੀ ਨਹੀਂ ਹੈ ਕਿ ਜਿਹੜੇ ਨਸ਼ੇ ਕਰਦੇ ਨੇ ਜਾਂ ਡਰੱਗਸ ਲੈਂਦੇ ਨੇ ਉਹ ਮੋਟੇ ਹੋਣ, ਬਟ ਹਾਂ, ਮੋਟਾਪਾ ਇੱਕ ਟਾਈਪ ਦਾ ਨਸ਼ਾ ਵੀ ਤੁਸੀਂ ਕਹਿ ਸਕਦੇ ਹੋ। ਫੂਡ ਐਡਿਕਸ਼ਨ ਇੱਕ ਟਾਈਪ ਦਾ ਨਸ਼ਾ ਵੀ ਹੈ। ਤੇ ਉਹ ਕਈ ਵਾਰੀ ਜਦੋਂ ਸਾਨੂੰ ਸ਼ਾਇਦ ਜਿਹੜਾ ਕੋਈ ਸਿੰਥੈਟਿਕ ਨਸ਼ਾ ਲੈ ਰਿਹਾ ਜਾਂ ਕੋਈ ਮੈਡੀਕਲ ਨਸ਼ਾ ਲੈ ਰਿਹਾ, ਤਾਂ ਉਹਦਾ ਹੋ ਸਕਦਾ ਉਹਦਾ ਮੋਟਾਪਾ ਹੋਣਾ ਨਾ ਸਾਨੂੰ ਨਜ਼ਰ ਆਵੇ, ਲੇਕਿਨ ਉਹ ਆਟੋਮੈਟਿਕਲੀ ਉਹਦੇ ਸਰੀਰ ਦੇ ਉੱਪਰ ਤਾਂ ਵੈਸੇ ਹੀ ਉਹਦਾ ਡੇਂਜਰਸ ਜਾਂ ਖਤਰਨਾਕ ਪ੍ਰਭਾਵ ਪੈ ਰਿਹਾ। ਸੋ ਇਸ ਤੋਂ ਇਲਾਵਾ ਜੇ ਅੱਗੇ ਥੋੜਾ ਜਿਹਾ ਵਧੀਏ, ਡਾਈਟ ਦੇ ਵਿੱਚ ਜੇ ਕਾਰਨ ਲੱਭਣੇ ਹੋਣ, ਤਾਂ ਅਸੀਂ ਕਹਿੰਦੇ ਆ ਕਿ ਸਾਊਥ ਏਸ਼ੀਅਨ ਦੇ ਵਿੱਚ ਬਹੁਤ ਸਾਰੇ ਜਿਹੜੇ ਮਸਾਲੇ ਵਾਲੀਆਂ ਚੀਜ਼ਾਂ ਹੋਈਆਂ, ਤੜਕਾ ਲਗਾ ਕੇ ਜਾਂ ਡੀਪ ਫਰਾਈ ਜਿਹੜਾ ਖਾਣ ਦਾ ਸਾਡਾ ਲਜ਼ੀਜ਼, ਜਿਹਨੂੰ ਤੁਸੀਂ ਹੁਣੀ ਦੱਸਿਆ ਕਿ ਸਾਨੂੰ ਮਜ਼ਾ ਆਉਂਦਾ ਹੈ, ਤਾਂ ਉਹ ਚੀਜ਼ ਤਾਂ ਇੱਕ ਪਹਿਲੇ ਨੰਬਰ ਤੇ ਹੈ ਹੀ ਹੈ। ਜੀ ਮੈਡਮ, ਪਿਛਲੀ ਵਾਰੀ ਤੁਸੀਂ ਗੱਲ ਦੱਸੀ ਸੀ ਕਿ ਵੀ ਜਿਹੜੀ ਸਾਡੀ ਕੈਨੇਡੀਅਨ ਫੂਡ ਗਾਈਡ ਹੈ ਉਹ ਸਾਨੂੰ ਕਿਸ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ ਫੋਲੋ ਕਰਨੀ ਚਾਹੀਦੀ ਹੈ, ਜਾਂ ਸਾਨੂੰ ਸੌਖੇ ਤਰੀਕੇ ਨਾਲ ਸਮਝਾ ਰਹੇ ਆ ਕਿਵੇਂ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ। ਸੋ ਜੇ ਅਗਰ ਸਿੰਪਲੀ ਡਾਈਟ ਦੀ ਗੱਲ ਕਰੀਏ, ਤਾਂ ਕਿਹੜੀਆਂ ਚੀਜ਼ਾਂ ਜ਼ਿਆਦਾ ਔਰ ਜਲਦੀ ਬੰਦੇ ਨੂੰ ਮੋਟਾਪਾ ਚੜਾਉਂਦੀਆਂ? ਹਾਂਜੀ, ਤੇ ਇਹ ਵੀ ਬਹੁਤ ਸਹੀ ਹੈ। ਦੇਖੋ ਜੀ, ਆਪਾਂ ਕਹਿੰਦੇ ਆਪਾਂ ਫੂਡ ਗਾਈਡ ਦੀ ਗੱਲ ਕਰਦੇ ਹਾਂ, ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਇੱਕ ਪਲੇਟ ਹੁੰਦੀ ਹੈ। ਤੁਸੀਂ ਇੱਕ ਪਲੇਟ ਇਮੇਜਿਨ ਕਰੋ, ਅੱਧੀ ਪਲੇਟ
should be vegetables ਜੀ। vegetables ਮੋਟਾਪਾ ਨਹੀਂ बढ़ाਉਂਦੀਆਂ ਠੀਕ ਹੈ ਬਟ ਜੇ ਤੁਸੀਂ ਵੈਜੀਟੇਬਲ ਨੂੰ ਚੰਗੀ ਤਰ੍ਹਾਂ ਤੜਕੇ ਲਾ ਕੇ ਸੋੜ ਕੇ ਡੀਪ ਫਰਾਈ ਕਰਕੇ ਬਣਾਓਗੇ ਤਾਂ ਆਬਵੀਅਸਲੀ ਦੈਨ ਉਹਦਾ ਅਸਰ ਡਿਫਰੈਂਟ ਹੋਏਗਾ ਬਿਲਕੁਲ, ਰਾਈਟ ਤੇ ਜਿਹੜੀਆਂ ਵੈਜੀਟੇਬਲਸ ਨੇ ਅਸੀਂ ਕਹਿੰਦੇ ਹਾਂ ਵੈਜੀਟੇਬਲ ਸੈਲਡਸ ਤੁਸੀਂ ਕਾਫੀ ਖਾਓ ਜੀ ਭਰ ਕੇ ਖਾਓ ਕੋਈ ਮਨਾਹੀ ਨਹੀਂ ਹੈ ਤੇ ਬਾਕੀ ਅੱਧੀ ਪਲੇਟ ਨੂੰ ਤੁਸੀਂ ਫੇਰ 2 ਚ ਡਿਵਾਈਡ ਕਰ ਦਿਓ ਤੇ ਜਿਹੜੀ 1/4 ਪਲੇਟ ਹੈ ਉਹ ਤੁਹਾਡੀ ਹੋਣੀ ਚਾਹੀਦੀ ਹੈ ਕਾਰਬੋਹਾਈਡਰੇਟ ਨਾ ਕਾਰਬੋਹਾਈਡਰੇਟ ਕੀ ਹੁੰਦਾ ਸਿਰਫ ਸ਼ੂਗਰ ਜਾਂ ਮਿੱਠਾ ਜਾਂ ਚੀਨੀ ਨਹੀਂ ਹੈ ਕਾਰਬੋਹਾਈਡਰੇਟ ਤੁਹਾਨੂੰ ਅਨਾਜ ਚੋਂ ਵੀ ਮਿਲਦਾ ਹੈ ਠੀਕ ਹੈ ਤੇ ਜੇ ਤੁਸੀਂ ਅਨਾਜ ਜ਼ਿਆਦਾ ਖਾਓਗੇ ਜਾਂ ਕਿਸੇ ਵੀ ਟਾਈਪ ਦਾ ਸ਼ੂਗਰ ਜ਼ਿਆਦਾ ਖਾ ਰਹੇ ਹੋ ਬਾਡੀ ਨੇ ਥੋੜਾ ਜਿਹਾ ਯੂਜ਼ ਕੀਤਾ ਬਾਕੀ ਉਹਨੇ ਫੈਟ ਬਣਾ ਕੇ ਸਟੋਰ ਕਰਤਾ ਜੀ ਤੇ ਤੀਜੀ ਚੀਜ਼ ਤੇ ਬਾਕੀ ਜਿਹੜਾ ਹੋਇਆ ਆਪਾਂ ਕਹਿੰਦੇ ਆ ਪ੍ਰੋਟੀਨ ਖਾਣਾ ਚਾਹੀਦਾ ਹੈ ਬਟ ਫੈਟ ਆਪਾਂ ਕਹਿੰਦੇ ਆ ਤੁਹਾਡੀ ਫੈਟ ਦੀ ਮਾਤਰਾ ਜਿਵੇਂ ਤੁਸੀਂ ਪੂਰੇ ਦਿਨ ਦਾ ਖਾ ਰਹੇ ਹੋ ਪੂਰੇ ਦਿਨ ਦੀ ਤੁਹਾਡੀ ਖੁਰਾਕ ਹੈ ਉਹਦੀ 30% ਹੈ ਜਿਹੜਾ ਉਹ ਫੈਟ ਹੋਣਾ ਚਾਹੀਦਾ ਹੈ ਜੇ ਤੁਸੀਂ ਫੈਟ ਜ਼ਿਆਦਾ ਖਾਓਗੇ ਤਾਂ ਆਬਵੀਅਸਲੀ ਤੁਸੀਂ ਤਾਂ ਫਿਰ ਫੈਟ ਪੀ ਰਹੇ ਹੋ ਬਾਡੀ ਨੇ ਅਗੇਨ ਥੋੜਾ ਜਿਹਾ ਯੂਜ਼ ਕਰਨਾ ਹੈ ਡਿਪੈਂਡ ਕਰਦੇ ਤੁਹਾਡੀ ਫਿਜ਼ੀਕਲ ਐਕਟੀਵਿਟੀ ਕਿੰਨੀ ਹੈ ਜੇ ਤੁਹਾਡਾ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਹੈ ਕੰਮ ਹੈ ਸਹਿਜ ਤੇ ਭਾਰ ਚੱਕਣਾ ਹੈ ਤੁਰਨਾ ਫਿਰਨਾ ਹੈ ਤੇ ਆਫ ਕੋਰਸ ਤੁਸੀਂ ਜ਼ਿਆਦਾ ਖਾ ਸਕਦੇ ਹੋ ਠੀਕ ਹੈ ਬਟ ਜੇ ਤੁਹਾਡਾ ਇੱਕ ਲਿਮਿਟਡ ਜਾਂ ਸਿਡੈਂਟਰੀ ਜਾਂ ਜਿਵੇਂ ਹੈ ਲਾਈਫ ਸਟਾਈਲ ਤੇ ਫਿਰ ਤੁਸੀਂ ਜੇ ਇਹ ਕੈਨੇਡੀਅਨ ਫੂਡ ਗਾਈਡ ਹੈ ਜਾਂ ਕੈਨੇਡਾਸ ਫੂਡ ਗਾਈਡ ਹੈ ਇਹ ਫੋਲੋ ਕਰਨੀ ਹੈ ਤੇ ਜੇ ਤੁਸੀਂ ਜ਼ਿਆਦਾ ਕਾਰਬੋਹਾਈਡਰੇਟ ਖਾਂਦੇ ਹੋ ਜਾਂ ਜ਼ਿਆਦਾ ਫੈਟ ਖਾਂਦੇ ਹੋ ਇਹ ਦੋਨੋਂ ਹੀ ਫਿਰ ਮੋਟਾਪਾ ਵਧਾਉਂਦੇ ਨੇ ਸੋ ਇਹ ਤਾਂ ਰਹੇ ਜਿਹੜੇ ਸਾਨੂੰ ਕੁਝ ਲੱਛਣ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਸਾਡੀ ਜਿਹੜੀ ਫੈਟ ਹੈ ਜਿਹੜੇ ਮੋਟਾਪਾ ਵਧਿਆ ਹੋਇਆ ਜਾਂ ਸਾਡਾ ਭਾਰ ਵਧਿਆ ਹੋਇਆ ਦੂਜੇ ਨੰਬਰ ਤੇ ਆਪਾਂ ਕਾਰਨਾਂ ਦੀ ਗੱਲ ਕੀਤੀ ਵੀ ਕਿਹੜੇ ਕਿਹੜੇ ਕਾਰਨ ਹੁੰਦੇ ਨੇ ਜਿਹਦੇ ਵਿੱਚੋਂ ਆਪਾਂ ਨਸ਼ਿਆਂ ਦੀ ਗੱਲ ਕੀਤੀ ਡਾਈਟ ਦੀ ਗੱਲ ਕੀਤੀ ਜਾਂ ਹੋਰ ਇਸ ਤੋਂ ਬਿਨਾਂ ਜੈਨੇਟਿਕ ਜਿਹੜੇ ਕਾਰਨ ਉਹ ਵੀ ਹੋ ਸਕਦੇ ਇੱਕ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਇਹਦੇ ਜਿਹੜੇ ਸਮਾਧਾਨ ਹੈ ਜਾਂ ਕਿਵੇਂ ਇਹਨੂੰ ਆਪਾਂ ਬਚਾ ਸਕਦੇ ਹਾਂ ਆਪਣੇ ਆਪ ਨੂੰ ਆਪਣੀ ਸਰੀਰ ਨੂੰ ਆਪਣੀ ਬਾਡੀ ਨੂੰ ਮੋਟਾਪੇ ਤੋਂ ਜਾਂ ਭਾਰ ਵਧਣ ਤੋਂ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਲੈ ਲਈਏ ਸੋ ਛੋਟੀ ਜੀ ਬ੍ਰੇਕ ਤੋਂ ਬਾਅਦ ਦਰਸ਼ਕੋ ਜਲਦੀ ਹਾਜ਼ਰ ਹੁੰਨੇ ਆ ਔਰ ਕਿਸੇ ਕਿਸਮ ਦਾ ਸਵਾਲ ਹੋਇਆ ਬ੍ਰੇਕ ਤੋਂ ਬਾਅਦ ਤਾਂ ਤੁਸੀਂ 647 497 99 ਉੱਪਰ ਕਾਲ ਕਰਕੇ ਮੋਟਾਪੇ ਸੰਬੰਧਿਤ ਬਿਮਾਰੀਆਂ ਜਾਂ ਕਿਵੇਂ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਉਹਦੇ ਬਾਰੇ ਚਰਚਾ ਕਰ ਸਕਦੇ ਹਾਂ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਨੇ ਆ ਫੁੱਲਾਂ ਵਰਗੀ ਜ਼ਿੰਦਗੀ ਕਦੇ ਰੋਵਾਂ ਕਦੇ ਹੱਸਾਂ ਕੁਝ ਐਦਾਂ ਦੀਆਂ ਨੇ ਸਾਡੇ ਕੈਨੇਡਾ ਦੀਆਂ ਸੱਥਾਂ ਗੱਲ ਕਰਾਂਗੇ ਘਰ ਦੀ ਯਾਦ ਦਿਵਾਉਣ ਵਾਲੀ ਤੜਕੇ ਦੀ ਖੁਸ਼ਬੂ ਦੀ ਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਕਰਵਾਉਂਦੀ ਸਟੂਡੈਂਟ ਲਾਈਫ ਦੀ ਰਸਤਿਆਂ ਦੇ ਮੁਸਾਫਿਰ ਟਰੱਕ ਡਰਾਈਵਰਾਂ ਦੀ ਤੇ ਦਿਲ ਨੂੰ ਬਹਿਲਾਉਣ ਵਾਲੀਆਂ ਬੀਬੀਆਂ ਦੀਆਂ ਨਿਵੇਕਲੀਆਂ ਗੱਲਾਂ ਦੀ ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ 'ਚ ਗੱਲ ਕਰਾਂਗੇ ਤੁਹਾਡੇ ਨਾਲ ਤੁਹਾਡੇ ਬਾਰੇ ਔਰ ਤੁਹਾਡੇ ਹੀ ਦਰਬਾਰ 'ਚ ਸੈਲੀਬ੍ਰਿਟੀਜ਼ ਦੀ ਜ਼ਿੰਦਗੀ ਦੇ ਅਣਛੂਹੇ ਪਲ ਜਾਣਾਂਗੇ ਸਿਤਾਰਿਆਂ ਦੀ ਚਮਕਦੀ ਜ਼ਿੰਦਗੀ ਪਿਛਲੇ ਰਾਜ਼ ਕੁਝ ਗੱਲਾਂ ਸਟਰਗਲ ਦੀਆਂ ਕਰਾਂਗੇ ਕੁਝ ਮਸਤੀ ਸਿਤਾਰਿਆਂ ਦੇ ਨਾਲ ਪ੍ਰੋਗਰਾਮ ਦ ਸਟਾਰਸ ਵਿਦ ਰੋਸ਼ਨ ਪ੍ਰਿੰਸ ਸਿਰਫ ਵਿਜ਼ਨ ਪੰਜਾਬ ਟੀਵੀ ਤੇ इंडियन कज़ीन दा स्वाद हुण कैनेडा च जी हाँ इंडियन कज़ीन दा स्वाद मिलेगा विनिपेग मैनीटोबा दे सिर्फ क्ले ओवन ईस्ट इंडियन रेस्टोरेंट दे विच वो भी किसी एक जगह नहीं बल्कि क्ले ओवन ईस्ट इंडियन रेस्टोरेंट सर्व्स यू ऑन 3 locations for memorable food and exceptional value you can contact us at you can also mail us at ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ ਹਰ ਸ਼ੈ ਤੱਕ ਜਾਂਦੇ ਹਾਂ ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ ਪੰਜਾਬ ਦੀ ਟੀਸ ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ ਹਰ ਖਬਰ ਦੀ ਲੈਂਦੇ ਹਾਂ ਖਬਰ ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ
ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਹਾਂ ਔਰ ਨਵੇਂ ਵਿਸ਼ੇ ਅਤੇ ਨਵੇਂ ਵਿਸ਼ਿਆਂ ਦੇ ਨਾਲ ਮਹਿਮਾਨ ਨੂੰ ਵੀ ਤੁਹਾਡੇ ਰੂਬਰੂ ਕਰਦੇ ਹਾਂ। ਔਰ ਅੱਜ ਜੋ ਅਸੀਂ ਵਿਸ਼ਾ ਤੁਹਾਡੇ ਲਈ ਚੁਣ ਕੇ ਲੈ ਕੇ ਆਏ ਹਾਂ ਉਹ ਇਹ ਹੈ ਕਿ ਵੀ ਮੋਟਾਪੇ ਦੇ ਜਿਹੜੇ ਕਾਰਨ ਨੇ, ਲੱਛਣ ਨੇ ਔਰ ਉਹਨਾਂ ਦੇ ਸਮਾਧਾਨ ਨੇ ਉਹ ਕੀ ਨੇ ਤੇ ਕਿਵੇਂ ਇਹਨਾਂ ਨੂੰ ਅਪਣਾਇਆ ਜਾ ਸਕਦਾ ਉਹਦੇ ਬਾਰੇ ਚਰਚਾ ਕਰ ਰਹੇ ਹਾਂ। ਤੇ ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜਾ ਮੋਟਾਪਾ ਖਾਸ ਕਰਕੇ ਜਿਹੜੀ ਵਰਕ ਫਰੋਮ ਹੋਮ ਦੀ ਗੱਲ ਕਰੀਏ ਤਾਂ ਉਹਦੇ ਨਾਲ ਸੰਬੰਧਿਤ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਸੋ ਸਪੈਸ਼ਲੀ ਸਾਡੇ ਨਾਲ ਅੱਜ ਗੱਲ ਕਰਨ ਦੇ ਲਈ ਡਾਕਟਰ ਸ਼ਵੇਤਾ ਮਹਿਤਾ ਆਏ ਨੇ ਜੋ ਕਿ weight ਮੈਨੇਜਮੈਂਟ ਸਪੈਸ਼ਲਿਸਟ ਨੇ। ਹੋਰ ਵੀ ਬਹੁਤ ਸਾਰੀਆਂ ਡਿਗਰੀਆਂ ਨੇ ਪਰ ਅੱਜ weight ਦੀ ਗੱਲ ਹੋ ਰਹੀ ਹੈ, ਮੋਟਾਪੇ ਦੀ ਗੱਲ ਹੋ ਰਹੀ ਹੈ ਤਾਂ weight ਮੈਨੇਜਮੈਂਟ ਦੀ ਹੀ ਗੱਲ ਕਰਾਂਗਾ ਕਿ ਉਹਨੂੰ ਸਪੈਸ਼ਲਾਈਜ਼ ਕਰਦੇ ਨੇ। ਔਰ ਕੱਲਾ ਕੈਨੇਡਾ ਦਾ ਤਜਰਬਾ ਨਹੀਂ ਇਹਨਾਂ ਕੋਲੇ, ਯੂਕੇ ਦੇ ਵਿੱਚ ਵੀ ਇਹ ਆਪਣਾ ਚੰਗੀ ਸਾਲ ਜਿਹੜੀ ਪ੍ਰੈਕਟਿਸ ਕਰਕੇ ਆਏ ਆ। ਸੋ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਜਾਂ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ, ਜੇ ਕੋਈ ਸਵਾਲ ਹੋਇਆ ਜਾਂ ਕੋਈ ਤੁਸੀਂ ਕਿਸੇ ਕਿਸਮ ਦਾ ਮਸ਼ਵਰਾ ਡਾਕਟਰ ਸਾਹਿਬ ਨਾਲ ਕਰਨਾ ਚਾਹੁੰਦੇ ਆ ਤਾਂ ਸਿੱਧੀ ਗੱਲਬਾਤ ਕਰਨ ਦੇ ਲਈ 647 497 9904 ਦੇ ਉੱਪਰ ਕਾਲ ਕਰ ਸਕਦੇ ਆ। 647 497 8904 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਸੋ ਆਓ ਫਿਰ ਤੋਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਇੱਕ ਵਾਰੀ ਤੁਹਾਡਾ। ਥੈਂਕ ਯੂ ਜੀ। ਸੋ ਪਹਿਲਾਂ ਆਪਾਂ ਬ੍ਰੇਕ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਕਿ ਮੋਟਾਪੇ ਦੇ ਲੱਛਣ, ਮੋਟਾਪੇ ਦੇ ਕਾਰਨ, ਬਹੁਤ ਸਾਰਾ ਜਿਹੜਾ ਅਸੀਂ ਕਾਰਨ ਵੀ ਦੱਸ ਚੁੱਕੇ ਹਾਂ, ਚਾਹੇ ਨਸ਼ਿਆਂ ਦੀ ਗੱਲ ਸੀ, ਚਾਹੇ ਡਾਈਟ ਦੀ ਗੱਲ ਸੀ, ਚਾਹੇ ਹੋਰ ਹੋਣ। ਤਾਂ ਇੱਕ ਬੜਾ ਅਹਿਮ ਸਵਾਲ ਹੈ ਕਿ ਕੋਵਿਡ-19 ਦੇ ਦੌਰਾਨ ਜਦੋਂ ਅਸੀਂ ਕਰੋਨਾ ਮਹਾਮਾਰੀ ਦੇ ਦੌਰ ਚੋਂ ਲੰਘ ਰਹੇ ਹਾਂ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਵੀ ਜਦੋਂ ਬਹੁਤੀ ਵਾਰੀ ਅਸੀਂ ਘਰੇ ਰਹੇ ਹਾਂ ਔਰ ਹੁਣ ਵੀ ਕਿਤੇ ਨਾ ਕਿਤੇ ਕਈਆਂ ਦੇ ਕੰਮ ਹਜੇ ਸਟਾਰਟ ਨਹੀਂ ਹੋਏ ਤਾਂ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਸੋਫੇ ਤੇ ਬੈਠ ਕੇ ਟੀਵੀ ਦੇਖਣਾ ਨਾਲ ਖਾਣ ਪੀਣ ਚੱਲਣਾ ਤੇ ਜਾਂ ਫਿਰ ਉਹ ਜਿਹੜੇ ਕਿ ਆਈਟੀ ਦੇ ਨਾਲ ਜੁੜੇ ਆ ਜਾਂ ਬਹੁਤ ਸਾਰੇ ਕੰਮ ਜਿਹੜੇ ਵਰਕ ਫਰੋਮ ਹੋਮ ਹੋਣਗੇ ਤਾਂ ਉਹ ਮੋਟਾਪੇ ਦੇ ਨਾਲ ਵੀ ਗ੍ਰਸਤ ਹੋ ਰਹੇ ਆ। ਇੱਕ ਤਾਂ ਇਹ ਹੈ, ਇੱਕ ਹੋਰ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ ਕਿ ਵੀ ਕੋਵਿਡ-19 ਦਾ ਜਾਂ ਕਰੋਨਾ ਮਹਾਮਾਰੀ ਦਾ ਜਾਂ ਮੋਟਾਪੇ ਦਾ ਆਪਸ ਦੇ ਵਿੱਚ ਕੋਈ ਸੰਬੰਧ ਹੈ? ਤੁਸੀਂ ਬਹੁਤ ਰੈਲੇਵੈਂਟ ਸਵਾਲ ਕੀਤਾ ਹੈ, ਸਪੈਸ਼ਲੀ ਅੱਜ ਦੇ ਟਾਈਮ 'ਚ ਜਦ ਅਸੀਂ ਸਾਰੇ ਲੋਕ ਮਤਲਬ ਕਰੋਨਾ ਵਾਇਰਸ ਜਾਂ ਕੋਵਿਡ-19 ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਜੀ। ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦ ਤੋਂ ਇਹ ਕੋਵਿਡ-19 ਸ਼ੁਰੂ ਹੋਇਆ ਹੈ ਪਿਛਲੇ 5-6 ਮਹੀਨੇ ਤੋਂ 2-3 ਫੈਕਟਰਸ ਹੋਏ ਨੇ। ਇੱਕ ਤਾਂ ਹੈ ਸਾਰਿਆਂ ਦਾ ਸਟ੍ਰੈਸ ਲੈਵਲ ਬਹੁਤ ਵੱਧ ਗਿਆ ਹੈ, ਠੀਕ ਹੈ। ਦੂਜਾ ਜਿਵੇਂ ਤੁਸੀਂ ਕਿਹਾ ਵਰਕ ਫਰੋਮ ਹੋਮ ਸ਼ੁਰੂ ਹੋ ਗਿਆ ਹੈ, ਲੋਕ ਜ਼ਿਆਦਾ ਘਰੇ ਰਹਿੰਦੇ ਨੇ ਜੀ। ਐਕਸਰਸਾਈਜ਼ ਬਹੁਤ ਘੱਟ ਹੋ ਗਈ ਹੈ, ਇੱਕ ਤਾਂ ਜਿਮਸ ਬੰਦ ਹੋ ਗਏ ਨੇ ਜੀ ਤੇ ਬਾਹਰ ਲੋਕੀ ਜਾਣ ਤੋਂ ਡਰਦੇ ਨੇ ਕਿ ਮੈਂ ਘਰ ਤੋਂ ਬਾਹਰ ਜਾਵਾਂਗਾ ਤਾਂ ਹੋ ਸਕਦਾ ਮੈਨੂੰ ਕਰੋਨਾ ਵਾਇਰਸ ਹੋ ਜਾਏ, ਰਾਈਟ। ਉਹ ਫੈਕਟਰ ਹੈ। ਇੱਕ ਹੋਰ ਫੈਕਟਰ ਹੈ ਲੋਕਾਂ ਦੀਆਂ ਨੌਕਰੀਆਂ ਗਈਆਂ ਨੇ, ਉਸ ਕਰਕੇ ਦੇ ਡੋਂਟ ਹੈਵ ਐਨੀਥਿੰਗ ਟੂ ਡੂ, ਕੁਝ ਕਰਦੇ ਨਹੀਂ ਉਹ ਘਰੇ ਰਹਿੰਦੇ ਨੇ ਸਾਰਾ ਦਿਨ ਜੀ। ਬਿਲਕੁਲ। ਫਿਰ ਉਹਨਾਂ 'ਚ ਹੋਰ ਫੈਕਟਰ ਸਟ੍ਰੈਸ ਹੋਰ ਜ਼ਿਆਦਾ ਹੋ ਜਾਂਦਾ ਹੈ ਤੇ ਘਰੇ ਰਹਿ ਕੇ ਕੀ ਕਰਨਾ ਹੈ, ਖਾਣਾ ਬਣਾਉਣਾ ਹੈ। ਤੁਸੀਂ ਦੇਖੋ ਸਡਨਲੀ ਜੇ ਤੁਸੀਂ ਸੁਪਰਮਾਰਕੀਟ ਜਾਓਗੇ ਜਿਹੜੇ ਬੇਕਿੰਗ ਏਲਸ ਨੇ ਜਿੱਥੇ ਬੇਕਿੰਗ ਦਾ ਸਮਾਨ ਮਿਲਦਾ ਹੈ ਉਹ ਪੂਰੀ ਖਾਲੀਆਂ ਨੇ ਕਿਉਂਕਿ ਹਰ ਕੋਈ ਘਰੇ ਕੁਕਿੰਗ ਕਰ ਰਿਹਾ ਹੈ ਇਸ ਟਾਈਮ, ਨਵੀਂ ਚੀਜ਼ਾਂ ਬਣਾ ਰਿਹਾ ਹੈ, ਖਿਲਾ ਰਿਹਾ ਇੱਕ ਦੂਜੇ ਨੂੰ, ਰਾਈਟ। सो यू आर एब्सोल्युटली राइट कि डाइट बहुत ज़्यादा हो गई है, फिजिकल एक्टिविटी घट हो गई है, स्ट्रेस लेवल्स बहुत बढ़ गए ने ड्यू टू वॉट एवर रीजनस। ਇਹ ਸਾਰੀਆਂ ਚੀਜ਼ਾਂ ਨਾਲ ਮਿਲ ਕੇ ਦੇਖਿਆ ਗਿਆ ਹੈ ਪਿਛਲੇ 4 ਜਾਂ 5 ਮਹੀਨੇ 'ਚ ਓਬੀਸਿਟੀ ਜਾਂ ਮੋਟਾਪੇ ਦੇ ਲੈਵਲ ਬਹੁਤ ਹਾਈ ਹੋ ਗਏ ਨੇ ਜੀ, ਰਾਈਟ। ਨਾਓ ਇੱਕ ਬਹੁਤ ਇੰਟਰਸਟਿੰਗ ਫਾਈਂਡਿੰਗ ਆਈ ਹੈ ਕਿਉਂਕਿ ਬਹੁਤ ਸਾਰੇ ਇਸ ਦੌਰਾਨ ਬਹੁਤ ਸਾਰੀ ਸਟੱਡੀਜ਼ ਤੇ ਸਾਰਾ ਕੁਝ ਹੁੰਦਾ ਰਿਹਾ ਹੈ ਤੇ ਉਸ ਫਾਈਂਡਿੰਗ 'ਚ ਉਹਨਾਂ ਨੇ ਲਿਖਿਆ ਹੈ ਕਿ ਜੇ ਕਿਸੇ ਨੂੰ ਮੋਟਾਪਾ ਹੈ, ਮੋਟਾਪਾ ਆਪਾਂ ਗੱਲ ਕੀਤੀ ਸੀ BMI ਬੋਡੀ ਮਾਸ ਇੰਡੈਕਸ ਨਾਲ ਤੁਸੀਂ ਮੈਜ਼ਰ ਕਰਦੇ ਹੋ, ਜੇ BMI 35 ਤੋਂ ਉੱਤੇ ਹੈ ਤੇ ਉਹਨਾਂ ਨੇ ਦੇਖਿਆ ਕਿ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੁੰਦਾ ਹੈ ਤੇ ਉਹਦਾ ਬੋਡੀ ਮਾਸ ਇੰਡੈਕਸ 35 ਤੋਂ ਉੱਤੇ ਹੈ ਉਹਨਾਂ ਨੂੰ 113% ਜ਼ਿਆਦਾ ਚਾਂਸ ਹੈ ਕਿ ਉਹਨਾਂ ਨੂੰ ਕਰੋਨਾ ਦੀ ਕੰਪਲਿਕੇਸ਼ਨਸ ਹੋਣਗੀਆਂ। 113% ਜ਼ਿਆਦਾ ਜੇ ਕਰੋਨਾ ਮਹਾਮਾਰੀ ਦੇ ਦੌਰਾਨ ਮੋਟਾਪਾ ਵੱਧ ਰਿਹਾ ਹੈ। ਹਾਂਜੀ, ਤੇ ਮੋਟਾਪਾ ਹੈ ਕਿਸੇ ਨੂੰ ਤੇ ਉਹਨਾਂ ਨੂੰ ਕਰੋਨਾ ਵਾਇਰਸ ਹੋ ਸਕਦਾ ਹੈ, ਹੋ ਕਿਸੇ ਨੂੰ ਵੀ ਸਕਦਾ ਹੈ, ਉਹਦਾ ਮੋਟਾਪੇ ਨਾਲ ਕੋਈ ਉਹ ਨਹੀਂ ਹੈ। ਬਟ ਜੇ ਇੱਕ ਵਾਰੀ ਹੋ ਗਿਆ ਤੁਸੀਂ ਕਰੋਨਾ ਇਨਫੈਕਸ਼ਨ ਤੁਹਾਡੇ ਅੰਦਰ ਚਲੀ ਗਈ ਤੇ ਫਿਰ 113% ਚਾਂਸ ਹੈ ਕਿ ਤੁਹਾਡਾ
ਜਿਹੜੀ ਕੰਪਲਿਕੇਸ਼ਨਸ ਹੈ ਉਹਦੇ ਕਰਕੇ ਹੋਏਗਾ। ਕਰੋਨਾ ਮਹਾਮਾਰੀ ਜਾਂ ਕਰੋਨਾ ਦਾ ਜਿਹੜਾ ਇਹ ਵਾਇਰਸ ਆ ਉਹਨੂੰ ਜਲਦੀ ਚੁੰਬੜੇਗਾ? ਨਹੀਂ, ਚਿੰਬੜ ਕਿਸੇ ਨੂੰ ਵੀ ਸਕਦਾ ਹੈ, ਪਰ ਉਹਨੂੰ ਜ਼ਿਆਦਾ ਚਾਂਸਸ ਕੰਪਲਿਕੇਸ਼ਨਸ ਜੇ ਕਰੋਨਾ ਦੇ ਬਾਅਦ ਜਿਹੜੀਆਂ ਹੋਰ ਬਿਮਾਰੀਆਂ ਹੁੰਦੀਆਂ ਨੇ, ਜਾਂ ਫੋਰ ਐਗਜ਼ਾਮਪਲ ਜਿਵੇਂ ICU ਐਡਮਿਸ਼ਨ ਹੋਈ, ਉਹਨਾਂ ਨੂੰ ਸਾਹ ਨਹੀਂ ਆ ਰਿਹਾ ਤੇ ਉਹਨਾਂ ਨੂੰ ICU ਚ ਐਡਮਿਟ ਕਰਨਾ ਪਿਆ ਜੀ, ਤੇ ਉਹ ਤੁਹਾਡਾ ਜਿਹੜਾ ਹੈ ਉਹ 74% ਇਨਕਰੀਜ਼ ਹੋ ਜਾਂਦਾ ਹੈ। ਅੱਛਾ। ਤੇ ਜੇ ਆਪਾਂ ਡੈਥ ਦੀ ਗੱਲ ਕਰੀਏ, ਜਿਨ੍ਹਾਂ ਨੂੰ ਮੋਟਾਪਾ ਹੈ, BMI 35 ਤੋਂ ਉੱਤੇ ਹੈ, 43% ਜ਼ਿਆਦਾ ਚਾਂਸ ਹੋ ਜਾਂਦਾ ਹੈ ਉਹਨਾਂ ਨੂੰ ਕਿ ਉਹਨਾਂ ਦੀ ਡੈਥ ਹੋਏਗੀ ਕਰੋਨਾ ਵਾਇਰਸ ਕਰਕੇ। 43% ਮਤਲਬ ਅੱਧੇ ਤੋਂ ਥੋੜਾ ਜਿਹਾ ਲੈਵਲ ਘੱਟ ਹੈ, ਪਰ ਉਹਦੇ ਚਾਂਸਸ ਜ਼ਿਆਦਾ ਹੈ ਡੈਥ ਹੋਣ ਕਰਕੇ ਕਰੋਨਾ ਵਾਇਰਸ ਲਈ। ਇਸ ਲਈ ਤੇ ਅੱਜਕੱਲ ਬਹੁਤ ਜ਼ਿਆਦਾ ਐਮਫੈਸਿਸ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਆਪਣਾ weight ਕੋਸ਼ਿਸ਼ ਕਰੋ, ਘਟਾ ਨਹੀਂ ਸਕਦੇ ਤਾਂ ਵਧੇ ਨਾ, ਇਸ ਟਾਈਮ ਕੰਟਰੋਲ ਚ ਰੱਖੋ ਰਾਈਟ। ਐਂਡ ਅਗੇਨ ਫੈਕਟਰਸ ਉਹੀ ਆ ਜਾਂਦੇ ਨੇ ਕਿ ਜੇ ਤੁਸੀਂ ਪਤਾ ਹੈ ਤੁਸੀਂ ਘਰੇ ਰਹਿ ਰਹੇ ਹੋ ਸਾਰਾ ਦਿਨ, ਕੋਸ਼ਿਸ਼ ਕਰੋ ਸਾਰਾ ਦਿਨ ਨਹੀਂ ਖਾਓ, ਸਨੈਕਿੰਗ ਘੱਟ ਤੋਂ ਘੱਟ ਕਰੋ। ਜੇ ਖਾਣਾ ਹੀ ਹੈ ਤਾਂ ਫਿਰ ਉਹ ਹੈਲਦੀ ਪਲੇਟ, ਆਪਾਂ ਗੱਲ ਕੀਤੀ ਹੈ ਹੈਲਦੀ ਡਾਈਟ ਖਾਓ ਜੀ। ਬਾਹਰ ਜਾਣ 'ਚ ਕੋਈ ਪ੍ਰੋਬਲਮ ਨਹੀਂ ਹੈ, ਆਪਣਾ ਮਾਸਕ ਲਗਾਓ, ਆਪਣੀ ਫਿਜ਼ੀਕਲ ਡਿਸਟੈਂਸਿੰਗ ਮੇਨਟੇਨ ਕਰੋ ਤੇ ਆਪਣੀ ਜਿੰਨੀ ਰੈਗੂਲਰ ਇਵਨ ਸੈਰ ਵੀ ਜੇ ਕਰ ਸਕਦੇ ਹੋ ਅੱਧਾ ਪੌਣਾ ਘੰਟਾ ਰੋਜ਼ ਤੇ ਉਹ ਜ਼ਰੂਰ ਕਰੋ ਜੀ। ਆਪਣੇ ਆਪ ਨੂੰ ਘਰੇ ਐਕਟਿਵ ਰੱਖੋ, ਗਾਰਡਨਿੰਗ ਕਰੋ ਜੇ ਤੁਹਾਡੇ ਬੈਕਯਾਰਡ ਹੈ ਰਾਈਟ। ਸੋ ਆਲ ਥੀਸ ਥਿੰਗਸ ਆਰ ਗੋਇੰਗ ਟੂ ਹੈਲਪ ਯੂ ਕਿ ਤੁਹਾਡਾ weight ਵਧੇ ਨਹੀਂ, ਘੱਟ ਹੋ ਜਾਏ ਤਾਂ ਬਹੁਤ ਵਧੀਆ ਹੈ, ਬਟ ਇਸ ਟਾਈਮ ਮੇਨ ਹੈ ਕਿ ਮੋਟਾਪਾ ਹੋਰ ਨਹੀਂ ਵਧਾਓ, ਕਿਉਂਕਿ ਜੇ ਮੋਟਾਪਾ ਜ਼ਿਆਦਾ ਹੈ ਤੁਹਾਨੂੰ ਤੇ ਫਿਰ ਕੋਈ ਚਾਂਸਸ ਹੈ ਕਰੋਨਾ ਵਾਇਰਸ ਦੀ ਜੇ ਇਨਫੈਕਸ਼ਨ ਹੋ ਗਈ ਤੇ ਉਹਦੇ ਕੰਪਲਿਕੇਸ਼ਨ ਰੇਟ ਬਹੁਤ ਹਾਈ ਹੋਣਗੇ। ਜਿਵੇਂ ਤੁਸੀਂ ਦੱਸਿਆ ਕਿ 113%, ਫਿਰ 43%, ਫਿਰ 74%, ਜਿਹੜੇ ਤਿੰਨਾਂ ਦੀ ਰੇਸ਼ੋ ਅਲੱਗ-ਅਲੱਗ ਤਰੀਕੇ ਦੇ ਨਾਲ ਦੱਸੀ ਹੈ। ਸੋ ਜੇ ਇੰਨਾ ਜ਼ਿਆਦਾ ਅਗਰ ਸਾਨੂੰ ਖਤਰਾ ਵੱਧ ਜਾਂਦਾ ਹੈ ਮੋਟਾਪੇ ਦੇ ਨਾਲ, ਕਿ ਜੇ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਤਾਂ ਜਿਵੇਂ ਅੱਜ ਆਪਾਂ ਜ਼ਿਕਰ ਕਰ ਰਹੇ ਹਾਂ, ਮੈਂ ਵੀ ਅੱਜ ਪਹਿਲੀ ਵਾਰੀ ਤੁਹਾਡੇ ਮੂੰਹੋਂ ਸੁਣ ਰਿਹਾ ਕਿ ਸਾਨੂੰ ਇਹ ਅਵੇਅਰਨੈਸ ਹੈ ਹੀ ਨਹੀਂ ਹੈ ਕਿ ਵੀ ਮੋਟਾਪੇ ਦੇ ਨਾਲ ਕਰੋਨਾ ਵਾਇਰਸ ਹੈ ਜਿਹੜਾ ਉਹ ਵਧਣ ਦੇ ਚਾਂਸਸ ਜਾਂ ਜਲਦੀ ਹੋਣ ਦੇ ਚਾਂਸਸ ਜਾਂ ਉਹਦੇ ਕੰਪਲਿਕੇਸ਼ਨ ਵਧਣ ਦੇ ਚਾਂਸਸ ਵੱਧ ਜਾਂਦੇ। ਐਗਜ਼ੈਕਟਲੀ, ਹਾਂਜੀ। ਇਹ ਅਵੇਅਰਨੈਸ ਜਿਹੜੀ ਹੋ ਸਕਦਾ ਦਰਸ਼ਕਾਂ ਨੂੰ ਵੀ ਅੱਜ ਪਤਾ ਲੱਗੀ ਹੋਵੇ, ਹੋ ਸਕਦਾ ਪਹਿਲਾਂ ਪਤਾ ਹੋਵੇ, ਪਰ ਇਸ ਤਰੀਕੇ ਨਾਲ ਅੱਜ ਇਹ ਜਿਹੜਾ ਜ਼ਿਕਰ ਹੋਇਆ। ਸੋ ਜੇ ਇਹ ਕੰਪਲਿਕੇਸ਼ਨ ਤੋਂ ਬਚਣ ਦੇ ਲਈ ਔਰ ਮੋਟਾਪੇ ਨੂੰ ਕੰਟਰੋਲ ਕਰਨ ਦੇ ਲਈ ਜੇ ਆਪਾਂ ਥੋੜਾ ਜਿਹਾ ਝਾਤ ਮਾਰੀਏ ਕਿ ਕਿਹੜੇ-ਕਿਹੜੇ ਤਰੀਕੇ ਨੇ ਜਾਂ ਕਿਹੜੇ-ਕਿਹੜੇ ਟ੍ਰੀਟਮੈਂਟਸ ਨੇ ਇਹਨੂੰ ਕੰਟਰੋਲ ਕਰਨ ਦੇ, ਇੱਕ ਤੋਂ ਇੱਕ ਆਪਾਂ ਪਰਤ ਅੱਗੇ ਚੱਲਦੇ ਜਾਈਏ। ਬਿਲਕੁਲ ਜੀ, ਬਹੁਤ ਸਹੀ। ਤੇ ਦੇਖੋ, ਫਰਸਟ ਆਫ ਆਲ ਜਿਹੜੀ ਲਾਈਫ ਸਟਾਈਲ ਹੈ ਆਪਾਂ ਕਹਿੰਦੇ ਆ, ਉਹ ਕਿਸੇ ਵੀ ਮੋਟਾਪਾ ਜਾਂ ਓਬੀਸਿਟੀ ਜਾਂ weight ਮੈਨੇਜਮੈਂਟ ਦਾ ਆਪਾਂ ਕਹਿੰਦੇ ਆ ਜਿਵੇਂ ਨੀਂਵ ਹੈ ਰਾਈਟ। ਤੁਸੀਂ ਘਰ ਬਣਾਉਂਦੇ ਹੋ, ਸਭ ਤੋਂ ਪਹਿਲਾਂ ਨੀਂਵ ਬਣਾਉਂਦੇ ਹੋ, ਫਾਊਂਡੇਸ਼ਨ ਬਣਾਉਂਦੇ ਹੋ। ਫਾਊਂਡੇਸ਼ਨ ਸ਼ੁੱਡ ਬੀ ਨਾਈਸ ਐਂਡ ਸਟਰੋਂਗ ਤੇ ਉਹਦੇ ਉੱਤੇ ਚਾਹੇ ਤੁਸੀਂ ਮੈਲ ਖੜਾ ਕਰ ਲਓ, ਕੁਝ ਵੀ ਕਰ ਲਓ, ਬਿਲਕੁਲ ਰਾਈਟ। ਤੇ ਜਿਹੜਾ ਲਾਈਫ ਸਟਾਈਲ ਹੈ ਉਹ ਕਿਸੇ ਵੀ weight management ਦੀ ਫਾਊਂਡੇਸ਼ਨ ਹੈ। ਲਾਈਫ ਸਟਾਈਲ 'ਚ ਆਪਾਂ ਸਹੀ ਖਾਣਾ, ਰੈਗੂਲਰ ਫਿਜ਼ੀਕਲ ਐਕਟੀਵਿਟੀ, ਕੋਸ਼ਿਸ਼ ਕਰੋ ਤੁਸੀਂ 7 ਤੋਂ 8 ਘੰਟੇ ਸੋ ਸਕੋ, ਰੈਸਟਫੁਲ ਨੀਂਦ ਲੈ ਸਕੋ। ਤੇ ਸਟ੍ਰੈਸ ਆਪਣੇ, ਆਈ ਨੋ ਬਹੁਤ ਸਟ੍ਰੈਸ ਹੈ ਅੱਜ ਕੱਲ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕੱਲ ਕੀ ਹੋਣ ਵਾਲਾ ਹੈ ਨਾ। ਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਸਟ੍ਰੈਸ ਲੈਵਲਸ ਘੱਟ ਕਰੋ, ਜਿਵੇਂ ਵੀ ਤੁਹਾਨੂੰ ਠੀਕ ਲੱਗਦਾ। ਤੁਹਾਨੂੰ ਮੈਡੀਟੇਸ਼ਨ ਨਾਲ ਠੀਕ ਆਂਦਾ ਹੈ, ਤੁਹਾਨੂੰ ਬਰੀਥਿੰਗ ਐਕਸਰਸਾਈਜ਼ ਜਾਂ ਮਾਈਂਡਫੁਲਨੈਸ ਹੋਇਆ, ਰਿਲੈਕਸੇਸ਼ਨ ਟੈਕਨੀਕਸ, ਬਹੁਤ ਕੁਝ ਅਵੇਲੇਬਲ ਹੈ। ਤੁਸੀਂ ਦੇਖੋ ਤੁਹਾਨੂੰ ਕੀ ਸੂਟ ਕਰਦਾ ਹੈ ਤੇ ਉਹਦੇ ਨਾਲ ਕੋਸ਼ਿਸ਼ ਕਰੋ ਦਿਨ 'ਚ 10-15 ਮਿੰਟ ਯੂ ਜਸਟ ਬ੍ਰਿੰਗ ਉਹ ਸਟ੍ਰੈਸ ਥੋੜਾ ਡਾਊਨ। ਠੀਕ ਹੈ, ਉਹਦੇ ਨਾਲ ਵੀ weight ਤੇ ਇੰਪਰੂਵਮੈਂਟ ਹੁੰਦਾ ਹੈ, ਬਹੁਤ ਜ਼ਿਆਦਾ ਨਹੀਂ ਬਟ ਓਵਰਆਲ, ਕਿਉਂਕਿ ਸਾਰਾ ਕੁਝ ਸਾਨੂੰ ਇਕੱਠਾ ਚਾਹੀਦਾ, ਇਹ ਨਹੀਂ ਕਿ ਇੱਕ ਚੀਜ਼ ਵਰਕ ਕਰੇਗੀ ਕਿ ਨਹੀਂ। ਫਿਰ ਜੇ ਤੁਹਾਨੂੰ ਮੋਟਾਪਾ ਹੈ ਤੇ ਆਪਣੀ ਫੈਮਿਲੀ ਡਾਕਟਰ ਜਾਂ ਆਪਣੇ ਡਾਕਟਰ ਕੋਲ ਜ਼ਰੂਰ ਜਾ ਕੇ ਆਪਣਾ ਇੱਕ ਵਾਰ ਪੂਰਾ ਚੈੱਕਅਪ ਕਰਾਓ ਕਿ ਤੁਹਾਨੂੰ ਮੋਟਾਪੇ ਨਾਲ ਕੋਈ ਹੋਰ ਬਿਮਾਰੀ ਤਾਂ ਨਹੀਂ ਨਾਲ। ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ, ਮੋਟਾਪੇ ਨਾਲ ਬਹੁਤ ਸਾਰੀ ਬਿਮਾਰੀਆਂ ਐਸੋਸੀਏਟਡ ਹੈ। ਪਲੱਸ ਅੱਜ ਕੱਲ ਕੁਝ ਮੈਡੀਸਿਨਸ ਅਵੇਲੇਬਲ ਨੇ ਜਿਹੜੀਆਂ weight ਮੈਨੇਜਮੈਂਟ 'ਚ ਹੈਲਪ ਕਰਦੀਆਂ ਨੇ ਰਾਈਟ। ਸੋ ਇੱਕ ਮੈਂ ਇੱਥੇ ਤੁਹਾਨੂੰ ਰੋਕ ਰਿਹਾ ਥੋੜਾ ਜਿਹਾ, ਮੈਡੀਸਨ ਨੂੰ ਲੈ ਕੇ ਵੀ ਕਈ ਵਾਰੀ ਬੜਾ ਦਵੰਦ ਪੈਦਾ ਹੁੰਦਾ ਹੈ, ਜਾਂ ਇਹ ਕਹਿ ਲਓ ਕਿ ਕੰਟਰੋਵਰਸੀ ਚੱਲਦੀ ਰਹਿੰਦੀ ਹੈ ਕਿ ਮੋਟਾਪੇ ਨਾਲ ਸੰਬੰਧਿਤ ਜਾਂ ਕਿਸੇ ਨੂੰ ਮੋਟਾਪਾ ਹੋ ਗਿਆ ਤਾਂ ਮੈਡੀਸਨ ਨਹੀਂ ਲੈਣੀ ਚਾਹੀਦੀ। ਸੋ ਇਹ ਵੀ ਜ਼ਰੂਰ ਤੁਸੀਂ ਕਲੀਅਰ ਕਰਿਓ ਵੀ ਇਹਦੇ 'ਚ ਕਿੰਨੀ ਕੁ ਸੱਚਾਈ ਹੈ। ਓਕੇ, ਦੇਖੋ ਜੀ, ਅੱਜ ਕੱਲ ਮੋਟਾਪਾ ਜਾਂ ਓਬੀਸਿਟੀ ਟ੍ਰੀਟਮੈਂਟ ਇੱਕ ਕਮਰਸ਼ੀਅਲ ਚੀਜ਼, ਇੱਕ ਬਿਜ਼ਨਸ ਬਣ ਚੁੱਕਿਆ ਰਾਈਟ। ਤੇ ਇਸ ਕਰਕੇ ਤੁਸੀਂ ਇੰਟਰਨੈਟ ਤੇ ਜਾਓ, ਬਾਜ਼ਾਰ 'ਚ ਜਾਓ, ਤੁਹਾਨੂੰ ਹਜ਼ਾਰਾਂ ਦਵਾਈਆਂ ਮਿਲਣਗੀਆਂ, ਸਾਰੇ ਕਲੇਮ ਕਰਦੇ ਨੇ ਮੋਟਾਪਾ ਘੱਟ ਕਰਦੀਆਂ ਨੇ ਰਾਈਟ। ਬਟ ਪ੍ਰੋਬਲਮ ਇਜ਼ ਇਨ ਸਾਰੀਆਂ ਦਵਾਈਆਂ ਪਿੱਛੇ, ਕਲੇਮਸ ਪਿੱਛੇ
ਕੀ ਐਵੀਡੈਂਸ ਹੈ, ਕੀ ਰਿਸਰਚ ਹੈ, ਜੀ ਉਹ ਸਾਨੂੰ ਕਿਸੇ ਨੂੰ ਨਹੀਂ ਨਹੀਂ ਪਤਾ, ਪਤਾ, ਬਿਲਕੁਲ। ਰਾਈਟ। ਇਸ ਕਰਕੇ ਉਹ ਦਵਾਈਆਂ ਮੈਡੀਕਲ ਐਕਸਪਰਟਸ ਬਿਲਕੁਲ ਰეკਮੈਂਡ ਨਹੀਂ ਕਰਦੇ, ਰਾਈਟ। ਇਨ ਕੈਨੇਡਾ, ਮੈਂ ਕੈਨੇਡਾ ਦੀ ਗੱਲ ਕਰਾਂਗੀ, ਸਿਰਫ 3 ਮੈਡੀਸਿਨਸ ਨੇ ਜਿਹੜੀਆਂ ਹੈਲਥ ਕੈਨੇਡਾ ਜਾਂ ਕੈਨੇਡਾ ਵੱਲੋਂ ਅਪਰੂਵਡ ਨੇ ਫॉर weight ਮੈਨੇਜਮੈਂਟ। ਜੀ ਜੇ ਇਨ ਤਿੰਨਾਂ ਦੀ ਗੱਲ ਇਸ ਟਾਈਮ ਨਹੀਂ ਕਰਾਂਗੀ ਕਿਉਂਕਿ ਉਹ ਆਪਣੇ 'ਚ ਬਹੁਤ ਵੱਡਾ ਟੌਪਿਕ ਹੈ, ਜੀ। ਬਟ ਆਪਣੇ ਫੈਮਿਲੀ ਡਾਕਟਰ ਨਾਲ ਮਿਲੋ। ਜੇ ਤੁਸੀਂ ਇਹਨੂੰ ਫੁੱਲਫਿਲ ਕਰਦੇ ਹੋ ਕਿ ਇਹ ਮੈਡੀਸਿਨ ਤੁਹਾਡੇ ਲਈ ਠੀਕ ਹੈ ਤੇ ਉਹ ਸੁਜੈਸਟ ਕਰਨਗੇ ਜਾਂ ਤੁਹਾਨੂੰ weight ਮੈਨੇਜਮੈਂਟ ਐਕਸਪਰਟ ਕੋਲ ਭੇਜਣਗੇ, ਜੀ। who will then decide ਕਿ ਅੱਛਾ ਤੁਹਾਨੂੰ ਇਹ ਸੂਟ ਕਰਦੀਆਂ ਜਾਂ ਨਹੀਂ ਮੈਡੀਸਿਨ। ਹਰ ਮੈਡੀਸਿਨ ਦੇ ਇਫੈਕਟ, ਸਾਈਡ ਇਫੈਕਟ ਹੁੰਦੇ ਨੇ ਤੇ ਆਪਾਂ ਕਹਿੰਦੇ ਆ ਤੁਸੀਂ ਬੈਲੈਂਸ ਕਰਨਾ ਹੈ ਕਿ ਜੇ ਉਹਨਾਂ ਦੇ ਪੋਜ਼ਿਟਿਵ ਪੁਆਇੰਟਸ ਜ਼ਿਆਦਾ ਨੇ ਸਾਈਡ ਇਫੈਕਟਸ ਤੋਂ ਬਜਾਏ ਤਾਂ ਆਬਵੀਅਸਲੀ that medicine is useful for you। ਸੋ ਜਿਹੜੀਆਂ ਜੀ ਹਾਂ, ਮੈਂ 3 ਦਵਾਈਆਂ ਜਿਹੜੀਆਂ ਤੁਸੀਂ ਜ਼ਿਕਰ ਕਰਦੇ ਹੋ, ਪਰ ਹੋ ਸਕਦਾ ਕੈਮਰੇ ਸਾਹਮਣੇ ਨਾ ਉਹਨਾਂ ਦਾ ਜ਼ਿਕਰ ਕਰ ਸਕੀਏ, ਹਾਂਜੀ। ਲੇਕਿਨ ਜੇ ਮੈਂ 3 ਦਵਾਈਆਂ ਦੀ ਗੱਲ ਕਰਾਂ ਤਾਂ ਜੇ ਸਾਡਾ ਫੈਮਿਲੀ ਡਾਕਟਰ ਉਹਨੂੰ ਰਿਕਮੈਂਡ ਜਾਂ ਆਪਾਂ ਨੂੰ ਪ੍ਰੈਸਕ੍ਰਿਪਸ਼ਨ ਲਿਖ ਕੇ ਦੇਗਾ ਤਾਂ ਹੀ ਉਹ ਸਾਨੂੰ ਹਾਂਜੀ ਮਿਲੇਗੀ। ਹਾਂਜੀ, ਓਵਰ ਦਾ ਉਹਦੇ ਨਾਲ ਕਾਊਂਟਰ ਨਹੀਂ ਮਿਲਦੀਆਂ, ਓਵਰ ਦਾ ਕਾਊਂਟਰ ਨਹੀਂ ਮਿਲਦੀਆਂ, ਉਹ ਸਿਰਫ ਪ੍ਰੈਸਕ੍ਰਿਪਸ਼ਨ ਤੇ ਮਿਲਦੀਆਂ ਜੀ। ਐਂਡ ਉਹ ਹੁਣ ਓਬੈਸਿਟੀ ਕੈਨੇਡਾ ਦੀ ਪਿਛਲੇ ਮਹੀਨੇ ਹੀ ਗਾਈਡਲਾਈਨਸ ਆਈਆਂ ਨੇ, ਨੈਸ਼ਨਲ ਗਾਈਡਲਾਈਨਸ, ਕਿ ਕਿਸ ਤਰ੍ਹਾਂ ਤੁਸੀਂ ਮੋਟਾਪੇ ਦਾ ਟ੍ਰੀਟਮੈਂਟ ਕਰੋ। ਸਾਰੇ ਡਾਕਟਰਸ ਲਈ ਉਹ ਰეკਮੈਂਡੇਸ਼ਨਸ ਨੇ, ਈਵਨ ਪੇਸ਼ੈਂਟਸ ਲਈ ਵੀ ਨੇ। ਤੇ ਜੇ ਕੋਈ ਆਪਣੇ ਦਰਸ਼ਕ ਉਹਨਾਂ ਨੂੰ ਪੜ੍ਹਨ ਚਾਹਣ ਤੇ ਓਬੈਸਿਟੀ ਕੈਨੇਡਾ ਵੈਬਸਾਈਟ ਹਾਂ, ਹੈ, ਤੁਸੀਂ announce ਕਰ ਦਿਓ ਹਾਂਜੀ, ਇੱਕ ਵਾਰ ਫਿਰ। ਓਬੈਸਿਟੀ ਕੈਨੇਡਾ ਵੈਬਸਾਈਟ ਹੈ, ਉੱਥੇ ਜਾ ਕੇ ਓਬੈਸਿਟੀ ਗਾਈਡਲਾਈਨਸ ਜਿਹੜੀਆਂ ਲੇਟੈਸਟ ਹੈ ਅਗਸਤ 2020 ਚ ਆਈਆਂ ਨੇ, ਉਹ ਤੁਸੀਂ ਜ਼ਰੂਰ ਪੜੋ। ਉਹ ਬਹੁਤ ਹੀ ਸਿੰਪਲ ਲੈਂਗੁਏਜ ਲਿਖੀਆਂ ਗਈਆਂ ਨੇ ਤੇ ਉਹਨਾਂ ਗਾਈਡਲਾਈਨਸ ਬਹੁਤ ਹੀ ਸਿੰਪਲ ਲੈਂਗੁਏਜ ਪੇਸ਼ੈਂਟਸ ਲਈ ਵੀ ਬਹੁਤ ਸਾਰੀ ਇਨਫੋਰਮੇਸ਼ਨ ਹੈ ਕਿ ਕਿਵੇਂ ਮੋਟਾਪੇ ਦਾ ਟ੍ਰੀਟਮੈਂਟ ਹੋ। ਤੇ ਉਹ ਗਾਈਡਲਾਈਨਸ ਬਹੁਤ ਰეკਮੈਂਡ ਕਰਦੀਆਂ ਸਟਰੋਂਗਲੀ ਕਿ ਜੇ ਪੇਸ਼ੈਂਟਸ ਨੂੰ ਉਹ ਮੈਡੀਸਿਨਸ ਦੀ ਜ਼ਰੂਰਤ ਹੈ ਤੇ ਉਹ ਜ਼ਰੂਰ ਦਿੱਤੀਆਂ ਜਾਣ। ਜੀ। ਸੋ ਹਾਂਜੀ। ਤੁਸੀਂ ਗੱਲ ਕਰ ਰਹੇ ਸੀ ਕਿ ਵੀ ਤੁਹਾਡੇ ਫੈਮਿਲੀ ਡਾਕਟਰ ਤੋਂ ਇਸ ਦੇ ਬਾਰੇ ਪਤਾ ਹਾਂਜੀ। ਕੀਤਾ ਜਾ ਸਕਦਾ, ਮੈਂ- ਹੋਰ ਕਿਹੜੀਆਂ ਚੀਜ਼ਾਂ? ਹਾਂਜੀ, ਇੱਕ ਹੋਰ ਚੀਜ਼ ਜੋ ਮੈਂ ਦੱਸਣਾ ਚਾਹਾਂਗੀ ਉਹ ਹੈ ਬੈਰੀਐਟ੍ਰਿਕ ਸਰਜਰੀ। ਠੀਕ ਹੈ, ਇੱਕ ਤਰ੍ਹਾਂ ਦਾ ਆਪਰੇਸ਼ਨ ਹੈ ਹਾਂਜੀ। ਜੋ ਮੋਟਾਪਾ ਕਮ ਕਰਦਾ ਹੈ, ਉਹਨੂੰ ਆਪਾਂ ਬੈਰੀਐਟ੍ਰਿਕ ਸਰਜਰੀ ਕਹਿੰਦੇ ਹਾਂ। ਠੀਕ ਹੈ, ਉਹ ਵੀ ਕੈਨੇਡਾ ਚ ਕੈਨੇਡੀਅਨ ਗਵਰਨਮੈਂਟ ਤੋਂ ਅਪਰੂਵਡ ਹੈ। ਅੱਛਾ। ਠੀਕ ਹੈ, ਤੇ ਉਹ ਸਾਰੀ ਜਗ੍ਹਾ ਨਹੀਂ ਹੁੰਦਾ, ਉਹ ਬਹੁਤ ਸਪੈਸੀਫਿਕ ਸੈਂਟਰਸ ਚ ਹੁੰਦਾ ਹੈ। ਉੱਥੇ ਤੁਹਾਨੂੰ ਬਕਾਇਦਾ ਰੈਫਰ ਕੀਤਾ ਜਾਂਦਾ ਹੈ। ਜੀ। ਤੇ ਮੈਂ ਜੇ ਓਨਟਾਰੀਓ ਦੀ ਗੱਲ ਕਰਾਂ, ਓਨਟਾਰੀਓ ਚ ਆਪਾਂ ਕਹਿੰਦੇ ਆ ਓਨਟਾਰੀਓ ਬੈਰੀਐਟ੍ਰਿਕ ਨੈਟਵਰਕ। ਅੱਛਾ। ਇਹ ਗਵਰਨਮੈਂਟ ਦੀ ਇੱਕ ਵੈਬਸਾਈਟ ਹੈ, ਇੱਥੇ ਆਪਾਂ ਸਾਰੇ ਪੇਸ਼ੈਂਟਸ ਕਰਦੇ ਆ ਰੈਫਰ। ਤੇ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਇਹ ਇੰਨੀ ਪਪੂਲਰ ਸਰਜਰੀ ਹੈ ਕਿ ਜੇ ਮੈਂ ਅੱਜ ਪੇਸ਼ੈਂਟ ਰੈਫਰ ਕਰਦੀ ਆ ਤੇ 1 ਤੋਂ 2 ਸਾਲ ਦੀ ਇਹਦੀ ਵੇਟਿੰਗ ਹੈ ਅੱਛਾ। ਅੱਜ ਦੀ ਡੇਟ 'ਚ। 1 ਤੋਂ 2 ਸਾਲ। ਹਾਂਜੀ, ਰਾਈਟ। ਬਟ ਦਿਸ ਇਜ਼ ਐਨ ਆਪਸ਼ਨ, ਸਪੈਸ਼ਲੀ ਜਿਨ੍ਹਾਂ ਦਾ BMI ਜਾਂ ਬੋਡੀ ਮਾਸ ਇੰਡੈਕਸ 40 ਤੋਂ ਉੱਪਰ ਹੁੰਦਾ ਹੈ ਜਾਂ 35 ਤੋਂ 40 ਹੁੰਦਾ ਹੈ, ਪਲੱਸ ਉਹਨਾਂ ਨੂੰ ਅਦਰ ਬਿਮਾਰੀਆਂ ਹੁੰਦੀਆਂ ਹੈ, ਉਹ ਲੋਕਾਂ ਲਈ ਇਹ ਸਰਜਰੀ ਕੰਸੀਡਰ ਕਰ ਸੋ ਸਕਦੇ ਮੈਡਮ, ਆ। ਜਿਹੜਾ ਬੈਰੀਐਟ੍ਰਿਕ ਸਰਜਰੀ, ਮੈਨੂੰ ਨਾਮ ਹਾਂਜੀ। ਵੀ ਪ੍ਰੋਪਰ ਨਹੀਂ ਲੈਣਾ ਆ ਹਾਂਜੀ। ਰਿਹਾ, ਤਾਂ ਜਦੋਂ ਆਪਾਂ ਕਹਿ ਲਓ ਕਿ ਮੋਟਾਪੇ ਨੂੰ ਦੂਰ ਕਰਨ ਦੀ ਜਿਹੜੀ ਇਹ ਆਪਰੇਸ਼ਨ ਹੈ, ਉਹਦੇ ਬਾਰੇ ਇਹ ਜਿਹੜੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰਾਂ, ਬਹੁਤ ਸਾਰੇ ਜਿਹੜੇ ਪ੍ਰਾਈਵੇਟ ਹਸਪੀਟਲ ਆ, ਬਹੁਤ ਸਾਰੀ ਐਡ ਇੱਥੇ ਕਰਦੇ ਆ ਅੱਛਾ, ਹਾਂਜੀ। ਸਾਡੇ ਰੇਡੀਓ ਜਾਂ ਟੀਵੀ ਚੈਨਲਸ ਦੇ ਉੱਪਰ, ਉਹ ਕਿੰਨੇ ਕੁ ਸੇਫ ਆ ਉੱਥੇ ਜਾ ਕੇ ਸਰਜਰੀ ਕਰਵਾਉਣੀ? ਦੇਖੋ ਜੀ, ਡਿਪੈਂਡ ਕਰਦਾ। ਬੈਰੀਐਟ੍ਰਿਕ ਸਰਜਰੀ ਜਿਵੇਂ ਮੈਂ ਕਿਹਾ ਹਰ ਕੋਈ ਨਹੀਂ ਕਰ ਸਕਦਾ, ਕੋਈ ਵੀ ਸਰਜਨ ਨਹੀਂ ਕਰ ਸਕਦਾ। ਉਹਦੇ ਲਈ ਤੁਹਾਨੂੰ ਸਪੈਸ਼ਲ ਟ੍ਰੇਨਿੰਗ ਮਿਲਦੀ ਹੈ। ਜੇ ਤੁਸੀਂ ਇੱਕ ਬੈਰੀਐਟ੍ਰਿਕ ਸਰਜਨ ਬਣਦੇ ਹੋ ਤੇ ਉਸ ਟੈਕਨੀਕ 'ਚ ਟ੍ਰੇਨਿੰਗ ਮਿਲਦੀ ਹੈ ਤੇ ਫਿਰ ਤੁਹਾਨੂੰ ਹੁੰਦਾ ਹੈ। ਨਾਓ ਇੱਥੇ ਜਿਹੜਾ ਮੈਂ ਇੱਥੇ ਦਾ ਕਹਿ ਸਕਦੀ ਹਾਂ, ਮੈਂ ਇੰਡੀਆ 'ਚ ਕੀ ਹੋ ਰਿਹਾ ਉਹਦੇ ਬਾਰੇ ਕਮੈਂਟ ਨਹੀਂ ਕਰਾਂਗੀ, ਮੈਨੂੰ ਪਤਾ ਵੀ ਨਹੀਂ ਜ਼ਿਆਦਾ। ਜੀ। ਬਟ ਇੱਥੇ ਜਦ ਅਸੀਂ ਪੇਸ਼ੈਂਟ ਰੈਫਰ ਕਰਦੇ ਆ, ਐਵੇਂ ਨਹੀਂ ਉਹਨੂੰ ਅਗਲੇ ਦਿਨ ਜਾ ਕੇ ਸਰਜਰੀ ਕਰਾਤੀ, ਨਹੀਂ। ਉਹਦੇ ਬਕਾਇਦਾ ਪੂਰੀ ਟੀਮ ਹੁੰਦੀ ਹੈ। ਉਸ ਟੀਮ 'ਚ ਨਰਸਿਸ ਹੁੰਦੀਆਂ ਨੇ, ਡਾਈਟੀਸ਼ੀਅਨ, ਅੱਛਾ। ਸਾਈਕੋਲੋਜਿਸਟ, ਸੋਸ਼ਲ ਵਰਕਰ, ਅੱਛਾ। ਪਲੱਸ ਡਾਕਟਰ ਖੁਦ, ਰਾਈਟ। ਸੋ ਸਰਜਨ ਜਿਹੜਾ ਇਹ ਹੈ ਕੈਨੇਡਾ ਦੇ ਸਿਸਟਮ 'ਚ ਕੈਨੇਡਾ ਦੇ ਸਿਸਟਮ 'ਚ, ਤੇ ਤੁਹਾਨੂੰ ਇੱਕ ਪੂਰੀ ਸਪੋਰਟ ਦਿੱਤੀ ਜਾਂਦੀ ਹੈ, ਤੁਹਾਨੂੰ ਚੰਗੀ ਤਰ੍ਹਾਂ ਇਵੈਲੂਏਟ ਕੀਤਾ ਜਾਂਦਾ ਹੈ, ਤੁਹਾਡਾ ਦੇਖਾ ਜਾਂਦਾ ਹੈ ਕਿ ਤੁਸੀਂ ਇਹ ਸਰਜਰੀ ਕਰਵਾ ਸਕਦੇ ਹੋ ਜਾਂ ਨਹੀਂ। ਕਿਉਂਕਿ ਸਰਜਰੀ ਇਹ ਲਾਈਫ ਚੇਂਜਿੰਗ ਸਰਜਰੀ ਹੈ, ਰਾਈਟ। ਇਸ ਤੋਂ ਬਾਅਦ ਇਹ ਨਹੀਂ ਕਿ ਸਰਜਰੀ ਕਰਾਈ ਤਾਂ ਸਭ ਠੀਕ ਹੋ ਗਿਆ, ਉਸ ਤੋਂ ਅੱਗੇ ਵੀ ਬਹੁਤ ਜ਼ਿਆਦਾ ਪਰਹੇਜ਼ ਨੇ। ਤੁਸੀਂ ਉਹ ਸਾਰੇ ਪਰਹੇਜ਼ ਫੋਲੋ ਕਰ ਸਕਦੇ ਹੋ ਜਾਂ ਨਹੀਂ। ਅੱਛਾ। ਫੋਰ ਐਗਜ਼ਾਮਪਲ, ਜੇ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਇਹਦਾ ਪਹਿਲਾ ਕ੍ਰਾਈਟੇਰੀਆ ਤੁਸੀਂ 6 ਮਹੀਨੇ ਸਮੋਕਿੰਗ ਘੱਟ ਤੋਂ ਘੱਟ ਬੰਦ ਕਰਨੀ ਹੈ ਸਰਜਰੀ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਨਹੀਂ ਕਰਨੀ, ਠੀਕ ਹੈ। ਰਾਈਟ। ਜੇ ਤੁਸੀਂ ਉਹ ਕਰ ਸਕਦੇ ਹੋ ਤਦੀ ਤੁਹਾਨੂੰ ਸਰਜਰੀ ਲਈ ਲਿੱਤਾ ਜਾਏਗਾ। ਤੇ
ਸਰਜਰੀ ਦੇ ਬਾਅਦ ਕਈ ਵਾਰੀ ਕੋਈ ਕੰਪਲਿਕੇਸ਼ਨਸ ਹੋ ਜਾਂਦੀਆਂ ਨੇ ਜੇ ਸਾਨੂੰ ਪਤਾ ਹੀ ਨਹੀਂ, ਤੁਸੀਂ ਬਾਹਰਲੇ ਦੇਸ਼ ਤੋਂ ਕਰਾ ਕੇ ਆਏ ਹੋ, ਤੁਹਾਨੂੰ ਕਿਹੜੀ ਸਰਜਰੀ ਹੋਈ, ਉਸ ਤੋਂ ਬਾਅਦ ਕੀ ਹੋਇਆ, ਤੁਹਾਨੂੰ ਕੰਪਲਿਕੇਸ਼ਨਸ ਹੋਈਆਂ ਜਾਂ ਨਹੀਂ ਹੋਈਆਂ, ਤੇ ਤੁਸੀਂ ਇੱਥੇ ਆਉਂਦੇ ਹੋ ਤੇ ਸਾਨੂੰ ਹਾਊ ਆਰ ਵੀ ਸਪੋਜ਼ ਟੂ ਟ੍ਰੀਟ, ਹੈ ਨਾ, ਆਪਾਂ ਤੁਹਾਡਾ ਇਲਾਜ ਸਹੀ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੋਇਆ ਕੀ ਹੈ, ਰਾਈਟ। ਤੇ ਜੇ ਇੱਥੇ ਹੁੰਦੇ ਨੇ ਤੇ ਆਪਾਂ ਰეკਮੈਂਡ ਕਰਦੇ ਹਾਂ ਕਿ ਇੱਥੇ ਪ੍ਰੋਪਰ ਚੈਨਲਸ ਜਾਓ, ਪ੍ਰੋਪਰ ਸੈਂਟਰਸ ਕਰਾਓ ਜਿਹੜੇ ਗਵਰਨਮੈਂਟ ਅਪਰੂਵ ਨੇ, ਸੋ ਦੈਟ ਤੁਹਾਨੂੰ ਉਸ ਟਾਈਮ ਸਪੋਰਟ ਮਿਲ ਸਕੇ ਤੇ ਸਰਜਰੀ ਦੇ ਬਾਅਦ ਜਦ ਤੁਹਾਨੂੰ ਹੋਰ ਵੀ ਜ਼ਿਆਦਾ ਸਪੋਰਟ ਦੀ ਲੋੜ ਹੈ ਉਹ ਵੀ ਤੁਹਾਨੂੰ ਮਿਲ ਸਕੇ। ਸੋ ਜਿਹੜੀ ਬਰੀਐਟ੍ਰਿਕ ਸਰਜਰੀ ਹੈ, ਇਹ ਜਦੋਂ ਆਪਾਂ ਐਡ ਸੁਣ ਕੇ ਜਾਂ ਕਿਸੇ ਦੇ ਦੇਖਾ ਦੇਖੀ ਪਿੱਛੇ ਲੱਗ ਕੇ ਆਪਾਂ ਭਾਰਤ ਤੋਂ, ਕਿਉਂਕਿ ਉਹ ਸਸਤੀ ਹੈ ਸ਼ਾਇਦ, ਉੱਥੇ ਕਰਵਾਉਣ ਚਲੇ ਜਾਂਦੇ ਆ, ਤਾਂ ਮੈਂ ਤੁਹਾਡੇ ਤੋਂ ਕਮੈਂਟ ਨਹੀਂ ਕੋਈ ਚਾਹੁੰਦਾ, ਕੋਈ ਟਿੱਪਣੀ ਨਹੀਂ ਚਾਹੁੰਦਾ, ਉਹ ਕਿੰਨੀ ਕੁ ਸੇਫ ਹੈ ਜਾਂ ਕਿੰਨੀ ਕੁ ਉਹਦੇ 'ਚ ਸਾਨੂੰ ਖਤਰਨਾਕ ਵੀ ਹੋ ਸਕਦੀ ਹੈ। ਮੈਂ ਸਿਰਫ ਇਹ ਚਾਹਣਾ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੋਇਆ ਬੰਦਾ, ਜੇ ਕੋਈ ਉਹਨੂੰ ਲੱਗਿਆ ਕਿ ਵੀ ਐਡ ਸਸਤੀ ਮਿਲ ਰਹੀ ਹੈ ਕਿ ਸਰਜਰੀ ਕਰਵਾ ਲਈਏ, ਬਰੀਐਟ੍ਰਿਕ ਸਰਜਰੀ ਸਸਤੀ ਹੋ ਰਹੀ ਹੈ, ਤਾਂ ਉੱਥੇ ਜਾ ਕੇ ਕਰਵਾ ਕੇ ਤੁਹਾਡੇ ਤੱਕ ਆ ਜਾਂਦਾ, ਤਾਂ ਜੇ ਉਹਦੇ ਕੋਈ ਜਿਹੜੇ ਨੁਕਸਾਨ ਹੈ ਕਿ ਆਪਣੇ ਜੇ ਕੈਨੇਡਾ ਦੀ ਸਰਕਾਰ ਦੀ ਗੱਲ ਕਰੀਏ, ਇਥੋਂ ਦੇ ਹੈਲਥ ਸਿਸਟਮ ਦੀ ਗੱਲ ਕਰੀਏ, ਉਹਨੂੰ ਕੰਟਰੋਲ ਜਾਂ ਕਵਰ ਕਰਦੇ ਨੇ ਫਿਰ? देखो ये इजी सवाल नहीं है, मैं ਤੁਹਾਨੂੰ ਤੁਸੀਂ ਅੱਜ ਮੇਰੇ ਤੋਂ ਕਾਫੀ ਥੋੜੇ ਕੰਟਰੋਵਰਸ਼ੀਅਲ ਸਵਾਲ ਪੁੱਛ ਰਹੇ ਹੋ। ਮਾਫ ਕਰਨਾ, ਮੈਂ ਸਿਰਫ ਇਹ ਨਹੀਂ ਚਾਹਣਾ ਕਿ ਵੀ ਜਦੋਂ ਮੈਂ ਗੱਲ ਕਰਦਾ ਐਗਜ਼ਾਮਪਲ ਦੇ ਤੌਰ ਤੇ ਕਿ ਜਦੋਂ ਸਾਡੇ ਪਿਛਲੇ ਜੇ 5-7-10 ਸਾਲ ਪਿੱਛੇ ਝਾਤ ਮਾਰੀਏ ਤਾਂ ਵਾਲ ਝੜਨ ਦੀ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਕਾਮਨ ਹੋ ਗਈ ਸੀ। ਹਰੇਕ ਬੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਪ੍ਰੋਡਕਟ ਵੇਚ ਰਿਹਾ ਸੀ ਕਿ ਮੇਰਾ ਇਹ ਤੇਲ ਲਗਾਓਗੇ ਤਾਂ ਤੁਹਾਡੇ 10 ਦਿਨ ਦੇ ਵਿੱਚ ਵਾਲ ਆ ਜਾਣਗੇ, ਫਿਰ ਆਹ ਹੋ ਜਾਊਗਾ ਤੇ ਉਹ ਹੋ ਜਾਊਗਾ। ਫਿਰ ਉਸ ਤੋਂ ਬਾਅਦ ਇੱਕ ਪਲਾਂਟੇਸ਼ਨ ਦੀ ਗੱਲ ਸ਼ੁਰੂ ਹੋ ਗਈ, ਜਿਵੇਂ ਉਹ ਸਰਜਰੀ ਕਰਕੇ ਵਾਲ ਲਗਾਏ ਜਾਂਦੇ ਆ। ਇੱਥੇ ਵਾਲ ਉਹ ਲਗਾਣੇ ਬੜੇ ਮਹਿੰਗੇ ਪੈਂਦੇ ਸੀ, ਇਸ ਕਰਕੇ ਫਿਰ ਉਹ ਇੰਡੀਆ 'ਚ ਜਾਣਾ ਸ਼ੁਰੂ ਕਰਤਾ। ਹੁਣ ਇਹੀ ਹਾਲ ਹੈ ਬਰੀਐਟ੍ਰਿਕ ਸਰਜਰੀ ਦਾ ਹੋ ਰਿਹਾ। ਦੇਖੋ ਜੀ, ਇੰਡੀਆ 'ਚ ਜੇ ਤੁਸੀਂ ਜਾਓ, ਮੇਕ ਸ਼ੋਰ ਕਿ ਜਿਹੜਾ ਸਰਜਨ ਤੁਹਾਡਾ ਕਰ ਰਿਹਾ ਹੈ ਉਹਦਾ ਨਾਮ ਹੈ ਉਸ ਸਰਜਰੀ 'ਚ, ਉਹਦੇ ਤੁਸੀਂ ਪਤਾ ਕਰੋ ਉਹਦੇ ਸਕਸੈਸ ਰੇਟ, ਕੰਪਲਿਕੇਸ਼ਨ ਰੇਟਸ ਉਸਦੀ ਜਦੋਂ ਸਰਜਰੀ ਕਰਦਾ ਕਿੰਨੇ ਹੈ। ਇਹ ਸੱਚ ਤੋਂ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਇੰਡੀਆ ਵਾਲੇ ਕਿ ਮੈਨੂੰ ਦੱਸੋ। ਯੂ ਹੈਵ ਟੂ ਬੀ ਵੈਰੀ ਕਲੀਅਰ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਤੇ ਤੁਸੀਂ ਇਸ ਬਾਰੇ ਸਿਰਫ ਪੈਸੇ ਹੀ ਨਹੀਂ ਬਚਾਣਾ, ਕਿਉਂਕਿ ਉਹ ਪੈਸੇ ਬਚਾਣਾ ਲੌਂਗ ਰਨ 'ਚ ਮਹਿੰਗਾ ਪੈ ਸਕਦਾ, ਰਾਈਟ। ਤਾਂ ਤੁਹਾਨੂੰ ਉਹ ਪਤਾ ਕਰਨਾ ਹੈ। ਜੇ ਤੁਸੀਂ ਇਨ ਸਾਰੀ ਚੀਜ਼ਾਂ ਨਾਲ ਸੈਟੀਸਫਾਈਡ ਹੋ, ਇੱਕ ਪ੍ਰੋਪਰ ਸੈਂਟਰ ਹੈ ਜਿੱਥੇ ਸਾਰੀ ਜਿਵੇਂ ਜੋ ਵੀ ਸਰਜਰੀ ਦੇ ਅਰਾਊਂਡ ਜਿਹੜੀ ਪਾਲਿਸੀ ਹੈ ਜੋ ਵੀ ਹੈ ਉਹ ਫੋਲੋ ਹੁੰਦੀ ਹੈ, ਡਾਕਟਰ ਦੇ ਸਕਸੈਸ ਰੇਟ ਅੱਛੇ ਹੈ, ਤੁਸੀਂ ਕਰਵਾਉਣਾ ਚਾਹੋ ਇਟਸ ਟੋਟਲੀ ਯੂਅਰ ਚੋਇਸ, ਮੈਂ ਉਹਦੇ 'ਚ ਕੁਝ ਨਹੀਂ ਕਵਾਂਗੀ। ਬਟ ਮੇਕ ਸ਼ੋਰ ਕਿ ਤੁਹਾਡੇ ਜਿਹੜੇ ਸਾਰੇ ਨੋਟਸ ਨੇ, ਸਰਜਰੀ ਨੋਟਸ, ਤੁਹਾਡਾ ਪ੍ਰੀ ਸਰਜੀਕਲ, ਪੋਸਟ ਸਰਜੀਕਲ ਕਿਵੇਂ ਰਿਹਾ ਉਹ ਜਰਨੀ, ਉਹ ਸਾਰੇ ਤੁਹਾਡੇ ਕੋਲ ਨੇ ਕਿ ਜੇ ਤੁਹਾਨੂੰ ਕੱਲ ਨੂੰ ਕੋਈ ਕੰਪਲਿਕੇਸ਼ਨ ਜਾਂ ਪ੍ਰੋਬਲਮ ਹੁੰਦੀ ਹੈ ਦੈਨ ਇੱਥੇ ਜੋ ਤੁਹਾਡਾ ਇਲਾਜ ਕਰ ਰਿਹਾ ਹੈ they should be able to see ਕਿ ਹੋਇਆ ਕੀ ਹੈ ਨਾ, ਕੀ ਹੋਇਆ ਹੈ, ਤਦੀ ਉਹ ਤੁਹਾਡਾ ਸਹੀ ਤਰ੍ਹਾਂ ਨਾਲ ਜਾਂਚ ਕਰ ਸਕਦੇ ਨੇ। ਇੱਕ ਹੋਰ ਜਿਹੜੀ ਡਾਈਟ ਦਾ ਨਾਮ ਹੈ ਕੀਟੋ ਡਾਈਟ। ਕੀਟੋ ਡਾਈਟ ਇਹ ਕੀ ਹੁੰਦੀ ਹੈ ਤੇ ਇਹਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ ਮੋਟਾਪੇ ਤੋਂ ਬਚਣ ਦੇ ਲਈ? ਅੱਛਾ ਜੀ, ਦੇਖੋ ਇਹ ਮੈਂ ਸੌਖਾ ਸਵਾਲ ਪੁੱਛਿਆ। ਠੀਕ ਹੈ ਜੀ, ਦੇਖੋ ਜਿਵੇਂ ਮੈਂ ਕਿਹਾ ਜਿਹੜੀ ਹਰ ਕੋਈ ਮੋਟਾਪੇ ਨੂੰ ਲੈ ਕੇ ਚਿੰਤਿਤ ਹੈ ਜੀ, ਰਾਈਟ। ਬਟ ਜੇ ਤੁਸੀਂ ਐਕਚੁਅਲੀ ਲੋਕਾਂ ਨਾਲ ਗੱਲ ਕਰੋ, ਬਹੁਤ ਘੱਟ ਲੋਕ ਹੋਣਗੇ ਜੋ ਮੋਟਾਪੇ ਨੂੰ ਐਜ਼ ਅ ਮੈਡੀਕਲ ਕੰਡੀਸ਼ਨ ਮੰਨ ਕੇ ਚਿੰਤਿਤ ਨੇ। ਮੋਸਟਲੀ ਚਿੰਤਿਤ ਐਸੇ ਕਿ ਮੈਂ ਦਿਖ ਕਿਸ ਰਿਹਾ ਹੈ ਨਾ, ਤੇ ਆਪਾਂ ਕਹਿੰਦੇ ਹਾਂ ਕਾਸਮੈਟਿਕ ਰੀਜ਼ਨਸ ਲਈ ਉਹ ਜ਼ਿਆਦਾ ਚਿੰਤਿਤ ਨੇ, ਹੈਲਥ ਰੀਜ਼ਨਸ ਵਾਸਤੇ ਐਨੇ ਚਿੰਤਿਤ ਨਹੀਂ ਨੇ। ਹੋ ਸਕਦਾ ਮੈਡਮ ਉਹਨਾਂ ਨੂੰ ਅੰਦਰ ਆਪਣੇ ਪਤਾ ਹੀ ਨਾ ਹੋਵੇ ਕੀ ਚੱਲ ਰਿਹਾ, ਪਰ ਹੋ ਸਕਦਾ ਸਾਡੀ ਜਿਹੜੀ ਬਾਡੀ ਆ ਉਹ ਮੋਟਾਪੇ ਦੇ ਕਰਕੇ ਜ਼ਿਆਦਾ ਹੀ ਪ੍ਰਭਾਵਿਤ ਹੋਈ ਹੋਈ। ਹਾਂਜੀ, ਇੱਕ ਹੋਰ ਹੈ, ਦੇਖੋ ਓਵਰ ਦਾ ਇਅਰਸ ਜਿਵੇਂ ਆਪਾਂ ਵੱਡੇ ਹੋਏ ਨਾ, ਸਾਡੀ ਸੋਸਾਇਟੀ ਨੇ ਮੋਟਾਪੇ ਵਾਲਿਆਂ ਤੇ ਜਾਂ ਮੋਟੇ ਲੋਕਾਂ ਤੇ ਹਮੇਸ਼ਾ ਮਜ਼ਾਕ ਬਣਾਇਆ ਹੈ ਨਾ। ਹਮੇਸ਼ਾ ਜੇ ਤੁਸੀਂ ਹੱਸੀ ਮਜ਼ਾਕ ਦੇ ਪ੍ਰੋਗਰਾਮ ਲੈ ਲਓ, ਮੋਟਿਆਂ ਦਾ ਮਜ਼ਾਕ ਉਡਾਇਆ ਗਿਆ ਹੈ, ਰਾਈਟ। ਤੇ ਤੁਹਾਨੂੰ ਇੱਕ ਤਰ੍ਹਾਂ ਦੀ ਜਿਵੇਂ ਕਹਿੰਦੇ ਇੱਕ ਤਰ੍ਹਾਂ ਦਾ ਸਟਿਗਮਾ ਹੈ ਮੋਟਾਪੇ ਨਾਲ, ਹੈ ਨਾ। ਤੇ ਇਸ ਕਰਕੇ ਕੀ ਹੁੰਦਾ ਹੈ, ਹਰ ਸਾਲ ਹਰ 2 ਸਾਲ 'ਚ ਬਹੁਤ ਸਾਰੀਆਂ ਡਾਈਟਸ ਆਉਂਦੀਆਂ ਨੇ ਤੇ ਉਹ ਇੱਕ ਤਰ੍ਹਾਂ ਫੈਸ਼ਨ ਚ ਆਉਂਦੀਆਂ ਨੇ, ਰਾਈਟ। ਕਿ ਚਲੋ ਜੀ ਹੁਣ ਪਿਛਲੇ 2-3 ਸਾਲ ਤੋਂ ਕੀਟੋ ਡਾਈਟ ਬਹੁਤ ਚੱਲ ਰਹੀ ਹੈ। ਕੀਟੋ ਡਾਈਟ ਐਕਚੁਅਲੀ ਕੀ ਹੈ ਕਿ ਤੁਸੀਂ ਕਾਰਬੋਹਾਈਡਰੇਟ ਬਹੁਤ ਘੱਟ ਖਾਂਦੇ ਹੋ ਤੇ ਉਸ ਦੀ ਬਜਾਏ ਤੁਸੀਂ ਫੈਟ ਬਹੁਤ ਜ਼ਿਆਦਾ ਖਾਂਦੇ ਹੋ। ਠੀਕ ਹੈ।
ਇਹ ਡਾਈਟਸ ਆਪਾਂ ਕੋਈ ਵੀ ਮੈਡੀਕਲੀ ਰეკਮੈਂਡ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਨਹੀਂ ਪਤਾ ਇਨ ਡਾਈਟਸ ਦੇ ਲੌਂਗ ਟਰਮ ਇਫੈਕਟਸ ਬਾਡੀ 'ਚ ਕੀ ਨੇ ਜੀ ਠੀਕ ਹੈ ਤੇ ਲੋਕ ਕੀ ਕਰਦੇ ਨੇ ਆਪਣਾ ਜਿਹੜਾ ਅਨਾਜ ਕਾਰਬੋਹਾਈਡਰੇਟ ਖਾਣਾ ਹੈ ਉਹ ਬਿਲਕੁਲ ਬੰਦ ਕਰ ਦਿੰਦੇ ਨੇ ਫੈਟ ਬਹੁਤ ਜ਼ਿਆਦਾ ਖਾਂਦੇ ਨੇ ਪ੍ਰੋਟੀਨ ਖਾਂਦੇ ਨੇ ਇਸ ਡਾਈਟ 'ਚ weight ਘਟਾਉਣ ਲਈ ਠੀਕ ਹੈ ਤੇ ਲਾਈਕ ਆਈ ਸੈਡ ਮੈਡੀਕਲੀ ਰეკਮੈਂਡਡ ਨਹੀਂ ਹੈ ਕਿਉਂਕਿ ਸਾਨੂੰ ਇਹਨਾਂ ਦੇ ਲੌਂਗ ਟਰਮ ਇਫੈਕਟਸ ਇਨ ਡਾਈਟਸ ਦੇ ਕੁਝ ਨਹੀਂ ਪਤਾ ਜੀ ਫॉर एग्जाम्पल मैं दसदी हाँ मेरे को हुण कुछ यंग पेशेंट्स मैं देखे सी हुणे पिछले कुछ महीनों उन्हां दा सडनली मैं देख रही हाँ कोलेस्ट्रॉल बहुत वध रहा है ठीक है मैं पूछया की होया की चेंज होया एवें कहते जी असीं कीटो डाइट शुरू की हुई है मैं कहा तुसीं वेट तां घटा लिया तुसीं हार्ट दी बीमारी ला के बह जाओगे है ना सो आपां मैडिकली स्पीकिंग वी डोंट रेकमेंड दीज डाइट्स जे तुसीं करनी ही है तां इहो जी डाइट करो जिहड़ी तुसीं लॉन्ग टर्म कर सकदे मैडम एक मैं सौखे तरीके दे नाल जिवें कि मैं दर्शकों ਨੂੰ ਵੀ ਇਹ ਜਣਾਉਣਾ ਚਾਹਣਾ ਤੁਹਾਡੇ ਤੋਂ ਕਿ ਜੇਕਰ ਕੀਟੋ ਡਾਈਟ ਨੂੰ ਬਹੁਤ ਹੋਰ ਥੋੜਾ ਜਿਹਾ ਖੁਲਾਸੇ ਨਾਲ ਜਾਂ ਖੁੱਲੇ ਸ਼ਬਦਾਂ 'ਚ ਜਾਂ ਪੰਜਾਬੀ ਤਰੀਕੇ ਨਾਲ ਸਮਝਣਾ ਹੋਵੇ ਤਾਂ ਅਸਲ 'ਚ ਹੈ ਕੀ ਹੈ ਕਹਾਣੀ ਹੈ ਅੱਛਾ ਕਹਾਣੀ ਇਹ ਹੈ ਜੀ ਕਿ ਦੇਖੋ ਜਿਵੇਂ ਮੈਂ ਕਿਹਾ ਕਿ ਜੇ ਤੁਸੀਂ ਅਨਾਜ ਜਾਂ ਕਾਰਬੋਹਾਈਡਰੇਟ ਜ਼ਿਆਦਾ ਖਾਂਦੇ ਹੋ ਠੀਕ ਹੈ ਤੇ ਉਹ ਤੁਹਾਡੀ ਬਾਡੀ 'ਚ ਥੋੜਾ ਜਿਹਾ ਯੂਜ਼ ਹੁੰਦਾ ਹੈ ਬਾਕੀ ਫੈਟ ਬਣ ਕੇ ਸਟੋਰ ਹੋ ਜਾਂਦਾ ਹੈ ਠੀਕ ਹੈ ਤੇ ਜਦ ਤੱਕ ਤੁਹਾਨੂੰ એનર્ਜੀ ਜਿਹੜੀ ਬਾਡੀ ਨੂੰ ਤਾਕਤ ਅਨਾਜ ਤੋਂ ਮਿਲ ਰਹੀ ਹੈ ਉਹ ਤੁਹਾਡੀ ਬਾਡੀ 'ਚ ਜਿਹੜਾ ਫੈਟ ਜੰਮਿਆ ਹੋਇਆ ਹੈ ਉਹ ਫੈਟ ਤੋਂ ਤਾਕਤ ਨਹੀਂ ਲੈਂਦੀ ਤੇ ਉਹ ਫੈਟ ਫਿਰ ਮੋਬਿਲਾਈਜ਼ ਨਹੀਂ ਹੁੰਦਾ ਯੂਜ਼ ਨਹੀਂ ਹੁੰਦਾ ਬਾਡੀ ਤੇ ਮੋਟਾਪਾ ਚੜਿਆ ਰਹਿੰਦਾ ਹੈ ਠੀਕ ਹੈ ਕੀਟੋ ਡਾਈਟ ਦਾ ਬੇਸਿਸ ਇਹ ਹੈ ਕਿ ਤੁਸੀਂ ਉਹ ਅਨਾਜ ਲੈਣਾ ਬੰਦ ਕਰ ਦਿਓ ਕਾਰਬੋਹਾਈਡਰੇਟ ਲੈਣਾ ਬੰਦ ਕਰ ਦਿਓ ਬਿਲਕੁਲ ਜ਼ੀਰੋ ਬਿਲਕੁਲ ਮਿਨੀਮਮ ਕਹਿੰਦੇ 20 ਗ੍ਰਾਮ ਦਿਨ ਚ ਖਾਓ ਜਾਂ ਕਿੰਨਾ ਹੁੰਦਾ ਹੈ 20 ਗ੍ਰਾਮ 20 22 ਗ੍ਰਾਮ ਹਾਂਜੀ 20 22 ਗ੍ਰਾਮ ਕੁਝ ਇਹੋ ਜੀ ਫਿਗਰ ਹੁੰਦੀ ਹੈ ਮੈਨੂੰ ਐਗਜ਼ੈਕਟ ਹਲੇ ਯਾਦ ਨਹੀਂ ਠੀਕ ਹੈ ਤੇ ਉਹ ਖਾਓ ਬਟ ਉਸ ਦੀ ਬਜਾਏ ਤੁਹਾਡੀ ਜਿੰਨੀ એનર્ਜੀ ਹੈ ਸਾਰੀ ਉਹ ਤੁਸੀਂ ਫੈਟ ਜ਼ਿਆਦਾ ਖਾਓ ਤੇ ਪ੍ਰੋਟੀਨ ਜ਼ਿਆਦਾ ਖਾਓ ਉਸ ਨਾਲ ਕੀ ਹੋਏਗਾ ਤੁਹਾਡੀ ਬਾਡੀ 'ਚ ਕਾਰਬੋਹਾਈਡਰੇਟ ਹੈ ਨਹੀਂ ਰਾਈਟ ਤੇ ਬਾਡੀ ਕਿੱਥੋਂ એનર્ਜੀ ਲਏਗੀ ਉਹਨੂੰ ਫੈਟ 'ਚ ਲਏਗੀ ਤੇ ਜਿਹੜਾ ਤੁਹਾਡਾ ਫੈਟ ਜੰਮਿਆ ਹੋਇਆ ਹੈ ਉਹ ਫੈਟ ਫਿਰ ਮੋਬਿਲਾਈਜ਼ ਹੋਣਾ ਸ਼ੁਰੂ ਕਰਦਾ ਹੈ ਤੇ ਤੁਹਾਡਾ weight loss ਹੋਣਾ ਸ਼ੁਰੂ ਕਰਦਾ ਹੈ ਠੀਕ ਹੈ ਇਹ ਤਾਂ ਸਾਨੂੰ ਪਤਾ ਹੈ ਸ਼ਾਰਟ ਟਰਮ ਇਫੈਕਟ ਨੇ ਕੀਟੋ ਡਾਈਟ ਤੇ ਮੈਂ ਕਾਫੀ ਲੋਕਾਂ ਨਾਲ ਗੱਲ ਕਰੀ ਹੈ ਕਾਫੀ ਸਕਸੈਸਫੁਲ ਵੀ ਰਿਹਾ ਹੈ ਪ੍ਰੋਬਲਮ ਹੈ ਕਿ ਇਹੋ ਜੀ ਡਾਈਟਸ ਤੁਸੀਂ ਇੱਕ ਤਾਂ ਲੌਂਗ ਟਰਮ ਤੱਕ ਸਸਟੇਨ ਕਰਨਾ ਬਹੁਤ ਮੁਸ਼ਕਿਲ ਹੈ ਰਾਈਟ ਕਿਉਂਕਿ ਤੁਹਾਡੇ ਅੰਦਰ ਜਦੋਂ એનર્ਜੀ ਨਹੀਂ ਜਾਏਗੀ ਤਾਂ ਤੁਸੀਂ ਆਪਣੀ ਬਾਡੀ ਨੂੰ ਕਿੰਨੀ ਦੇਰ ਤੱਕ ਚਲਾਓਗੇ ਹਾਂਜੀ ਹੈ ਲੌਂਗ ਟਰਮ ਤੱਕ ਇਹੋ ਜੀ ਡਾਈਟ ਖਾਣਾ ਕਿ ਤੁਸੀਂ ਅਨਾਜ ਮਿੱਠਾ ਕੁਝ ਨਹੀਂ ਖਾ ਰਹੇ ਸਿਰਫ ਫੈਟ ਤੇ ਪ੍ਰੋਟੀਨ ਖਾ ਰਹੇ ਹੋ ਇਟਸ ਡਿਫਿਕਲਟ ਮੈਂ ਇੰਪੋਸੀਬਲ ਨਹੀਂ ਕਹਾਂਗੀ ਕੁਝ ਲੋਕ ਕਰਦੇ ਵੀ ਨੇ ਕੁਝ ਬਹੁਤ ਐਂਥੂ ਲੋਕ ਹੁੰਦੇ ਨੇ ਉਹ ਕਰਦੇ ਵੀ ਨੇ ਬਟ ਯੂਜੂਅਲੀ ਡਿਫਿਕਲਟ ਹੈ ਦੂਜਾ ਦੇਖਿਆ ਗਿਆ ਹੈ ਇਹੋ ਜੀ ਡਾਈਟ ਦਾ ਸਾਨੂੰ ਜਿਵੇਂ ਮੈਂ ਕਿਹਾ ਲੌਂਗ ਟਰਮ ਹੈਲਥ ਤੇ ਬਾਡੀ ਦੇ ਕੀ ਇਫੈਕਟ ਹੈ ਸਾਨੂੰ ਨਹੀਂ ਪਤਾ ਠੀਕ ਹੈ ਰਾਈਟ ਤੇ ਫਿਰ ਘੁੰਮ ਫਿਰ ਕੇ ਗੱਲ ਉਹੀ ਆਉਂਦੀ ਹੈ ਅਸਲੀ weight loss ਜਾਂ ਅਸਲੀ weight management ਤਦੀ ਹੋਣੀ ਹੈ ਜਦ ਤੁਸੀਂ ਇੱਕ ਬੈਲੈਂਸਡ ਡਾਈਟ ਖਾਂਦੇ ਹੋ ਕਿਉਂਕਿ ਤੁਸੀਂ ਉਹ ਡਾਈਟ ਪੂਰੀ ਰੈਸਟ ਆਫ ਦ ਲਾਈਫ ਖਾ ਸਕਦੇ ਹੋ ਪੂਰੀ ਜ਼ਿੰਦਗੀ ਖਾ ਸਕਦੇ ਹੋ ਤੇ ਅਗੇਨ ਦੇਖਿਆ ਗਿਆ ਹੈ ਕਿ ਜਿਹੜੀ ਇਹ ਸਪੈਸ਼ਲ ਡਾਈਟ ਹੈ ਚਾਹੇ ਤੁਸੀਂ ਕਾਰਬੋਹਾਈਡਰੇਟ ਘੱਟ ਖਾਓ ਫੈਟ ਜ਼ਿਆਦਾ ਖਾਓ ਫੈਟ ਘੱਟ ਖਾਓ ਕਾਰਬੋਹਾਈਡਰੇਟ ਮਤਲਬ ਬਹੁਤ ਤਰ੍ਹਾਂ ਦੀ ਡਾਈਟਸ ਹੈ ਮਤਲਬ ਤੁਸੀਂ ਇੰਟਰਨੈਟ ਖੋਲੋ ਤੁਹਾਡੇ ਕੋਲ 1000 ਡਾਈਟਸ ਆ ਜਾਣਗੀ ਲਾਈਕ ਆਈ ਸੈਡ ਇਟਸ ਆਲ ਲੋਟ ਆਫ ਇਟ ਇਜ਼ ਕਮਰਸ਼ੀਅਲ ਆਲਸੋ ਹੈ ਨਾ ਅਲਟੀਮੇਟਲੀ ਉਹ ਡਾਈਟ ਕੋਈ ਵੀ ਲੌਂਗ ਟਰਮ 'ਚ ਵਰਕ ਨਹੀਂ ਕਰਦੀ ਓਨਲੀ ਥਿੰਗ ਦੈਟ ਵਰਕਸ ਇਜ਼ ਤੁਸੀਂ ਆਪਣਾ ਕਿੰਨਾ ਇੱਕ ਹੈਲਦੀ ਲਾਈਫ ਸਟਾਈਲ ਕਿੰਨੀ ਦੇਰ ਤੱਕ ਰੱਖ ਸਕਦੇ ਹੋ ਪਰਸਿਸਟੈਂਟ ਰੱਖ ਸਕਦੇ ਹੋ ਠੀਕ ਹੈ ਤੇ ਜੇ ਮੈਂ ਕਿਸੇ ਨੂੰ ਕਹੂੰ ਨਹੀਂ ਜੀ ਤੁਸੀਂ ਅੱਜ ਤੋਂ ਬਾਅਦ ਸਿਰਫ ਫੈਟ ਖਾਣਾ ਹੈ ਅਨਾਜ ਨਹੀਂ ਖਾਣਾ ਤੁਸੀਂ 3 ਮਹੀਨੇ ਖਾ ਲੋਗੇ 6 ਮਹੀਨੇ ਸਾਲ ਉਸ ਤੋਂ ਬਾਅਦ ਤੁਸੀਂ ਕਰੋਗੇ ਡਾਕਟਰ ਸਾਹਿਬ ਮਾਫ ਕਰੋ ਮੈਨੂੰ ਹੁਣ ਮੈਨੂੰ ਰੋਟੀ ਖਾਣ ਦਿਓ ਮੇਰੇ ਲਈ ਮੁਸ਼ਕਿਲ ਹੈ ਐਗਜ਼ੈਕਟਲੀ ਸੋ ਕੀਟੋ ਡਾਈਟ ਨੂੰ ਸਾਡੀ ਕੈਨੇਡੀਅਨ ਹੈਲਥ ਸਿਸਟਮ ਹੈ ਜਿਹੜਾ ਰეკਮੈਂਡ ਨਹੀਂ ਕਰਦਾ ਉਹ ਹਲੇ ਕਰੰਟ ਰეკਮੈਂਡੇਸ਼ਨ ਚੰਦਾ ਉਹਦਾ ਕੋਈ ਰੋਲ ਨਹੀਂ ਹੈ weight management ਜੀ ਸੋ ਥੋੜਾ ਜਿਹਾ ਹੋਰ ਆਪਾਂ ਸਰ ਸਾਡੇ ਕੋਲ 10 ਮਿੰਟ ਹੈ ਹਾਂਜੀ ਹੋਰ ਕਿਹੜੀਆਂ ਚੀਜ਼ਾਂ ਦੇ ਨਾਲ ਜਿਵੇਂ ਕਿ ਕਰੋਨਾ ਮਹਾਮਾਰੀ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਹੋਰ ਕਿਹੜੇ ਚੀਜ਼ਾਂ ਨੇ ਜਿਵੇਂ ਆਪਾਂ ਡਾਈਟ ਦੀ ਵੀ ਗੱਲ ਕਰ ਲਈ ਹੈ ਹੋਰ ਕੀ ਗੱਲਾਂ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਜਾਂ ਟਿਪ ਦੇ ਤੌਰ ਤੇ ਤੁਸੀਂ ਦੱਸਣੀਆਂ ਚਾਹੋਗੇ ਜਿਹਦੇ ਨਾਲ ਮੋਟਾਪਾ ਜਾਂ ਭਾਰ ਵਧਣਾ ਕੰਟਰੋਲ 'ਚ ਹੋ ਸਕੇ ਐਗਜ਼ੈਕਟਲੀ ਦੇਖੋ ਜੀ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਕਿਸੇ ਵੀ weight management 'ਚ ਉਹ ਹੈ ਪਰਸਿਸਟੈਂਸ ਠੀਕ ਹੈ weight management ਮੈਂ ਆਪਣੇ ਪੇਸ਼ੈਂਟਸ ਨੂੰ ਕਹਿੰਦੀ ਆ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਕੋਈ ਜਾਦੂ ਦੀ ਗੋਲੀ ਨਹੀਂ ਹੈ ਜੋ ਮੈਂ ਦਵਾਂਗੀ ਤੇ ਤੁਹਾਡਾ weight ਕਰਨਾ ਹੋ ਜਾਏਗਾ ਰਾਈਟ ਇਟ ਟੇਕਸ ਐਫਰਟ ਹਾਰਡ ਵਰਕ ਜੀ ਐਂਡ ਇਟ ਟੇਕਸ ਟਾਈਮ ਠੀਕ ਹੈ ਤਿੰਨੋਂ ਚੀਜ਼ਾਂ ਤੇ ਜੋ ਵੀ ਤੁਸੀਂ ਕਰਦੇ ਹੋ ਤੁਹਾਨੂੰ ਲੰਬੇ ਸਮੇਂ ਤੱਕ ਕਰਨੀਆਂ ਹੈ ਜੀ
ਜੇ ਆਪਾਂ ਹੈਲਦੀ ਲਾਈਫਸਟਾਈਲ ਦੀ ਗੱਲ ਕਰਦੇ ਹਾਂ ਤਦੇ ਮੈਂ ਕਦੀ ਨਹੀਂ ਕਹਿੰਦੀ ਕਿ ਤੁਸੀਂ ਆਪਣੀ ਪੂਰੀ ਡਾਈਟ ਇੱਕ ਦਿਨ 'ਚ ਚੇਂਜ ਕਰ ਦਿਓ, ਠੀਕ ਹੈ। ਕਿਉਂਕਿ ਤੁਸੀਂ ਹਫਤਾ ਕਰੋਗੇ, ਹਫਤੇ ਬਾਅਦ ਵਾਪਸ ਆ ਜਾਓਗੇ ਜੋ ਤੁਸੀਂ ਅੱਜ ਖਾ ਰਹੇ ਹੋ। ਜੀ। ਠੀਕ ਹੈ, ਤੇ ਹੌਲੀ ਹੌਲੀ ਚੇਂਜ ਕਰੋ, ਮੇਕ ਇਟ ਅ ਪਾਰਟ ਆਫ ਯੋਰ ਲਾਈਫ। ਠੀਕ ਹੈ। ਜੇ ਤੁਹਾਡੀ ਉਹ ਲਾਈਫ ਦਾ ਹੋਏਗਾ ਰੋਜ਼ ਦਾ ਪਾਰਟ, ਤੇ ਤੁਸੀਂ ਈਜ਼ੀਲੀ ਉਹ ਕਰ ਸਕਦੇ ਹੋ। ਠੀਕ ਹੈ ਨਾ। ਦੂਜੀ ਜਿਹੜੀ ਚੀਜ਼ ਹੈ ਸਿਮਿਲਰਲੀ ਫਿਜ਼ੀਕਲ ਐਕਟੀਵਿਟੀ। ਆਪਾਂ ਇਹ ਨਹੀਂ ਕਹਿੰਦੇ ਕਿ ਅੱਜ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ, ਕੱਲ ਜਾ ਕੇ ਤੁਸੀਂ 2 ਘੰਟੇ ਜਿਮ ਚਲਾ ਦਿਓ, ਤੀਜੇ ਦਿਨ ਹੱਥ ਤੇ ਪਾਉ ਦਰਦ ਹੋਣਗੇ, ਤੁਹਾਡੀ ਐਕਸਰਸਾਈਜ਼ ਬੰਦ, ਰਾਈਟ। ਸੋ ਉਹ ਨਹੀਂ ਕਰੋਗੇ ਤੁਸੀਂ, ਇੱਕ ਵਾਰੀ 'ਚ ਸਾਰਾ ਕੁਝ ਨਹੀਂ ਕਰਨਾ। ਨਹੀਂ ਕਰਨਾ, ਹੌਲੀ ਹੌਲੀ ਕਰਨਾ ਹੈ ਐਂਡ ਸਸਟੇਨਡ ਐਂਡ ਪਰਸਿਸਟੈਂਟ ਕਰਨਾ ਹੈ। ਠੀਕ ਹੈ। ਬਟ ਇੱਕ ਗੱਲ ਯਾਦ ਰੱਖੋ ਹਮੇਸ਼ਾ, ਜਿਹੜੀ weight management ਹੈ ਇਟਸ ਨਾਟ ਅ ਪਨਿਸ਼ਮੈਂਟ। ਠੀਕ ਹੈ, ਇਹਨੂੰ ਸਜ਼ਾ ਮੰਨ ਕੇ ਨਹੀਂ ਕਰੋ ਕਿ ਮੈਨੂੰ ਸਜ਼ਾ ਮਿਲੀ ਹੈ ਇਸ ਲਈ ਮੈਂ ਕਰ ਰਿਹਾ, ਨਹੀਂ। weight management ਕਰਦੇ ਹੋਏ ਤੁਸੀਂ ਖੁਸ਼ ਹੋਣਾ ਹੈ, ਰਾਈਟ। ਇਸ ਲਈ ਕਹਿੰਦੇ ਆ ਕਿ ਈਵਨ ਜੇ ਤੁਸੀਂ 90% ਆਫ ਦ ਟਾਈਮ, 95% ਆਫ ਦ ਟਾਈਮ ਤੁਸੀਂ ਇੱਕ ਹੈਲਦੀ ਲਾਈਫਸਟਾਈਲ ਜੀ ਸਕਦੇ ਹੋ, ਤੇ 5% ਆਫ ਦ ਟਾਈਮ ਦੇ ਤੁਸੀਂ ਕਦੇ-ਕਦੇ ਕੁਝ ਬਦਪਰਹੇਜ਼ੀ ਕਰ ਵੀ ਲਈ ਤੇ ਉਹਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ 90 to 95% ਆਫ ਦ ਟਾਈਮ ਯੂ ਆਰ ਹੈਲਦੀ। ਜੇ ਥੋੜਾ ਜਿਹਾ ਚੀਟ ਕਰ ਲਿਆ ਤਾਂ ਕੋਈ ਚੱਕਰ ਕੋਈ ਨਹੀਂ। ਠੀਕ ਹੈ, ਮੈਂ ਕਹਿੰਦੀ ਆ ਪੇਸ਼ੈਂਟਸ ਨੂੰ, ਵਿਆਹ ਸ਼ਾਦੀਆਂ ਵੀ ਆਣਗੀਆਂ, ਹੈਪੀ ਬਰਥਡੇਜ਼ ਵੀ ਆਣਗੇ, ਅੱਜ ਕੱਲ ਨਹੀਂ, ਮੇਬੀ ਕਰੋਨਾ ਕਰਕੇ ਆਪਾਂ ਇਕੱਠੇ ਨਹੀਂ ਹੋ ਰਹੇ, ਬਟ ਬਾਰਬੇਕਿਊਜ਼, ਗੈਟ ਟੂਗੇਦਰ, ਸੋਸ਼ਲ ਫੰਕਸ਼ਨ ਸਾਰਾ ਕੁਝ ਹੁੰਦਾ ਹੈ। ਤੁਸੀਂ ਹਰ ਵਾਰੀ ਜਾ ਕੇ ਤੁਹਾਨੂੰ ਲੱਗ ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ, ਨਹੀਂ, ਯੂ ਕੈਨ ਹੈਵ ਅ ਲਿਟਲ ਬਿਟ। ਤੁਸੀਂ ਧਿਆਨ ਰੱਖੋ ਤੁਸੀਂ ਕਿੰਨਾ ਖਾ ਰਹੇ ਹੋ, ਦੈਟਸ ਇੰਪੋਰਟੈਂਟ। ਕੋਈ ਵੀ ਚੀਜ਼ ਆਫ ਲਿਮਿਟਸ ਨਹੀਂ ਹੈ। ਠੀਕ ਹੈ, ਰਾਈਟ। ਸੋ ਸਲੋ, ਸਸਟੇਨਡ, ਪਰਸਿਸਟੈਂਟ, ਇਹ 3 ਚੀਜ਼ਾਂ ਹਮੇਸ਼ਾ ਯਾਦ ਰੱਖੋ weight management। ਠੀਕ ਹੈ। ਤੇ weight management ਕਦੇ ਵੀ ਆਪਣਾ ਕਾਸਮੈਟਿਕ ਉਸਲਾ ਨਹੀਂ ਕਰੋ ਕਿ ਮੈਂ ਇੱਕ ਪਾਰਟਿਕੂਲਰ ਤਰੀਕੇ ਮੈਂ ਦਿਖਣਾ ਹੈ, ਜਾਂ ਇੱਕ ਮੈਂ ਪਾਰਟਿਕੂਲਰ ਸਾਈਜ਼ ਦੀ ਡਰੈਸ ਪਾਣੀ ਹੈ ਇਸ ਲਈ ਮੈਂ ਪਤਲਾ ਉਹਦੇ ਕਰਕੇ ਮੈਂ ਪਤਲਾ ਹੋਣਾ, ਉਹ ਨਹੀਂ ਜੀ। weight management ਇੱਕ ਬਿਮਾਰੀ ਹੈ, ਤੁਸੀਂ ਉਹਨੂੰ ਕੰਟਰੋਲ ਕਰੋਗੇ ਤਾਂ ਫਿਰ ਉਹਦੇ ਨਾਲ ਦੀਆਂ ਬਿਮਾਰੀਆਂ ਕੰਟਰੋਲ ਹੋਣਗੀਆਂ। ਜਿਹੜੀ ਓਵਰਆਲ ਜਿਹੜੀ ਐਕਟੀਵਿਟੀ ਹੈ, ਫੋਰ ਐਗਜ਼ਾਮਪਲ ਤੁਸੀਂ ਜਿਵੇਂ ਗ੍ਰੈਂਡ ਪੇਰੈਂਟਸ ਕੁਝ ਮੋਟੇ ਜਾਂ ਮੋਟਾਪੇ ਨਾਲ ਆਉਂਦੇ ਨੇ ਮੇਰੇ ਕੋਲ ਕਿ ਮੈਂ ਤਾਂ ਆਪਣੇ ਪੋਤੇ ਪੋਤੀ ਦੋਤੇ ਦੋਤੀ ਨਾਲ ਖੇਲ ਹੀ ਨਹੀਂ ਸਕਦਾ ਜੀ, ਮੈਂ ਚੱਕ ਵੀ ਨਹੀਂ ਸਕਦਾ, ਮੇਰੀ ਪਿੱਠ ਦਰਦ ਹੁੰਦੀ ਹੈ। ਤੇ ਜੇ ਤੁਸੀਂ ਉਹਨੂੰ ਚੱਕ ਸਕਦੇ ਹੋ, ਉਹਨਾਂ ਦੇ ਨਾਲ ਖੇਲ ਸਕਦੇ ਹੋ, ਉਹ ਆਪਣੇ 'ਚ ਹੀ ਇੱਕ ਬਹੁਤ ਵੱਡੀ weight management ਹੈ। ਅੱਛਾ, ਮਤਲਬ ਜੇ ਉਹਨਾਂ ਦੇ ਨਾਲ ਤੁਸੀਂ ਖੇਡ ਸਕਦੇ ਹੋ ਜਾਂ ਉਹਨਾਂ ਨੂੰ ਤੁਸੀਂ ਚੱਕ ਕੇ ਕਢਾਉਣਾ, ਪਹਿਲੇ ਨਹੀਂ ਕਰ ਸਕਦੇ ਸੀ ਬਟ ਹੁਣ ਕਰ ਸਕਦੇ ਹੋ ਕਿਉਂਕਿ ਤੁਸੀਂ ਕੁਝ weight lose ਕੀਤਾ ਹੈ, ਤਾਂ ਉਹਨੂੰ ਇੱਕ ਕਿਸਮ ਦੀ ਆਪਾਂ ਐਕਸਰਸਾਈਜ਼ ਵੀ ਮੰਨ ਸਕਦੇ, ਐਕਸਰਸਾਈਜ਼ ਮੰਨੀਏ ਤੇ ਉਹਨੂੰ ਇੱਕ ਕਿਸਮ ਦਾ ਉਹ ਦੇਖੀ ਜੀ, ਜਿਹੜਾ weight ਹੈ ਨਾ ਉਹ ਸਿਰਫ ਤੁਹਾਡਾ ਨੰਬਰ ਨਹੀਂ ਹੋਣਾ ਚਾਹੀਦਾ ਕਿ ਅੱਜ ਮੇਰੀ ਮਸ਼ੀਨ ਤੇ ਭਾਰ ਦਾ ਇੰਨਾ ਹੈ, ਅੱਜ ਇੰਨਾ ਹੈ, ਇੰਨਾ, ਉਹਦੇ ਨਾਲ ਆਬਸੈਸ ਨਹੀਂ ਹੋ, ਦੈਟਸ ਰੋਂਗ। ਠੀਕ ਹੈ। weight management is about being healthy, having ਇੱਕ ਤੁਹਾਡੀ ਡੇ ਟੂ ਡੇ ਫੰਕਸ਼ਨਿੰਗ, ਡੇ ਟੂ ਡੇ ਜਿਹੜੇ ਤੁਸੀਂ ਕੰਮ ਕਰਦੇ ਹੋ ਆਰਾਮ ਨਾਲ ਕਰ ਸਕੋ, ਤੁਹਾਡੀ ਕੁਆਲਿਟੀ ਆਫ ਲਾਈਫ ਵਧੀਆ ਹੋਏ, ਠੀਕ ਹੈ, ਇਹ ਸਭ ਕੁਝ ਇੰਪੋਰਟੈਂਟ ਹੈ। ਨੰਬਰ ਅਸੀਂ ਕਹਿੰਦੇ ਆ ਸੈਕੰਡਰੀ ਚੀਜ਼ ਹੈ, ਨੰਬਰ ਨੂੰ ਧਿਆਨ ਨਹੀਂ ਦਿਓ। ਤੇ ਜੇ ਤੁਸੀਂ ਹੈਲਦੀ ਲਾਈਫਸਟਾਈਲ ਫੋਲੋ ਕਰੋਗੇ, weight loss ਨਾਲ ਆਪੇ ਹੋ ਜਾਣਾ ਹੈ, ਕਿਉਂਕਿ ਤੁਸੀਂ ਓਵਰਆਲ ਤੁਹਾਡੀ ਹੈਲਥ ਇੰਪਰੂਵ ਹੋਏਗੀ। ਸੋ ਹੋਰ ਇਹਦੇ ਵਿੱਚ ਕੋਈ ਇਜ਼ਾਫਾ ਕਰਨਾ ਚਾਹੁੰਦੇ ਜਾਂ ਕੋਈ ਮੈਸੇਜ ਜਾਂਦੇ ਜਾਂਦੇ ਦੇਣਾ ਚਾਹੂੰ ਤਾਂ ਫਿਰ ਸਾਡਾ ਸਮਾਂ ਵੀ ਜਿਹੜਾ ਬੜਾ ਚਰਮ ਸੀਮਾ ਤੇ ਪਹੁੰਚ ਚੁੱਕਿਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਕਿਸੇ ਖਾਸ ਵਿਸ਼ੇ ਨੂੰ ਲੈ ਕੇ ਜਿਹੜਾ ਕਿ ਦਰਸ਼ਕਾਂ ਦੇ ਲਈ ਅਵੇਅਰਨੈਸ ਪੈਦਾ ਕਰ ਸਕੇ ਉਹਦੇ ਲਈ ਬੁਲਾਵਾਂਗੇ। ਜਾਂਦੇ ਜਾਂਦੇ ਕੋਈ ਟਿਪ ਦੇਣਾ ਚਾਹੋ? ਦੇਖੋ ਜੀ, ਮੈਂ ਇਹੀ ਕਹਾਂਗੀ ਕਿ ਅੱਜ ਕੱਲ ਜਿਵੇਂ ਆਪਾਂ ਮੋਰ ਐਂਡ ਮੋਰ ਸਿਡੈਂਟਰੀ ਹੋ ਰਹੇ ਹਾਂ, ਸਾਡੇ ਆਸ-ਪਾਸ ਇੰਨਾ ਕੁਝ ਅਵੇਲੇਬਲ ਹੈ, ਐਨੀ ਟਾਈਪ ਦੀ ਡਾਈਟ ਅਵੇਲੇਬਲ ਹੈ, ਐਨੀ ਟਾਈਪ ਦੇ ਫੂਡਸ ਅਵੇਲੇਬਲ ਨੇ, ਉਹ ਸਾਰੇ ਕਿਤੇ ਨਾ ਕਿਤੇ ਜਾ ਕੇ ਮੋਟਾਪਾ ਇਨਕਰੀਜ਼ ਕਰਦੇ ਨੇ, ਸਪੈਸ਼ਲੀ ਜੇ ਆਪਾਂ ਪ੍ਰੋਸੈਸਡ ਫੂਡਸ, ਰਿਫਾਈਨਡ ਫੂਡਸ ਦੀ ਗੱਲ ਕਰੀਏ। ਫਰਸਟ ਥਿੰਗ ਇਜ਼ ਕਿ ਤੁਸੀਂ ਅਵੇਅਰ ਹੋ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੋਟਾਪਾ ਵੱਧ ਸਕਦਾ ਹੈ, ਤੇ ਫਿਰ ਤੁਹਾਨੂੰ ਕੋਈ ਬਹੁਤ ਜ਼ਿਆਦਾ ਸਪੈਸ਼ਲ ਚੀਜ਼ਾਂ ਕਰਨ ਦੀ ਲੋੜ ਨਹੀਂ। ਜੋ ਤੁਹਾਡੀ ਡੇ ਟੂ ਡੇ ਲਾਈਫ ਹੈ, ਜੋ ਤੁਸੀਂ ਰੋਜ਼ਮर्रा 'ਚ ਖਾਂਦੇ ਹੋ, ਕੋਈ ਸਪੈਸ਼ਲ ਡਾਈਟ ਦੀ ਜ਼ਰੂਰਤ ਨਹੀਂ, ਉਹਨੂੰ ਹੀ ਤੁਸੀਂ ਥੋੜਾ ਹੋਰ ਕੰਟਰੋਲ ਕਰੋ। ਬਹੁਤ ਸਾਰੀਆਂ ਹਰੀਆਂ ਸਬਜ਼ੀਆਂ, ਸੈਲਡ ਖਾਓ, ਲਿਮਿਟਿਡ ਅਮਾਉਂਟ 'ਚ ਅਨਾਜ ਖਾਓ, ਪ੍ਰੋਟੀਨ ਖਾਓ, ਫੈਟ ਖਾਓ, ਤੇ ਆਪਣੀ ਫਿਜ਼ੀਕਲ ਐਕਟੀਵਿਟੀ ਰੈਗੂਲਰ ਰੱਖੋ। ਮੋਟਾਪਾ ਇੱਕ ਦਿਨ 'ਚ ਕਮ ਨਹੀਂ ਹੁੰਦਾ, ਮੋਟਾਪਾ ਲੰਬੀ ਬਿਮਾਰੀ ਹੈ, ਉਹਦੇ 'ਚ ਸਸਟੇਨਡ ਐਫਰਟ ਚਾਹੀਦਾ ਹੁੰਦਾ ਹੈ, ਤੇ ਐਫਰਟ ਤੇ ਮੋਟਾਪਾ ਕਦੇ ਵੀ ਸਿੱਧਾ ਕੰਮ ਨਹੀਂ ਹੁੰਦਾ। weight ਘੱਟ ਹੁੰਦਾ ਹੈ, ਫਿਰ ਸਟੇਬਲ ਹੋ ਜਾਂਦਾ ਹੈ, ਕਦੇ ਵੱਧ ਜਾਂਦਾ ਹੈ, ਕਦੇ ਘੱਟ ਹੋ ਜਾਂਦਾ ਹੈ, ਤੇ ਇੱਕ ਜ਼ਿਗਜ਼ੈਗ ਜਿਹਾ ਚੱਲਦਾ ਹੈ, ਰਾਈਟ। ਸੇ ਡੋਂਟ ਐਕਸਪੈਕਟ ਕਿ ਜੇ ਤੁਸੀਂ weight management ਕਰ ਰਹੇ ਹੋ ਤਾਂ ਤੁਸੀਂ ਇੱਕੋ ਵਾਰੀ 'ਚ ਕਿ 50-60 ਕਿਲੋ weight ਘੱਟ ਕਰ ਲੋਗੇ, ਰਾਈਟ। ਹਰ ਚੀਜ਼ ਟਾਈਮ ਲੈਂਦੀ ਹੈ, ਤੇ ਮੈਂ ਉਹੀ ਕਹਿ ਰਹੀ ਹਾਂ ਕਿ ਜੇ ਤੁਸੀਂ ਬਾਜ਼ਾਰ 'ਚ ਕਿਤੇ ਹੋਰ ਜਾ ਕੇ ਕੋਈ ਮਿਰੈਕਲ ਡਰੱਗਸ ਜਾਂ ਮਿਰੈਕਲ ਪ੍ਰੋਗਰਾਮਸ ਹੈ weight manage ਜੋ ਕਲੇਮ ਕਰਦੇ ਹਾਂ ਅਸੀਂ
2 ਜਾਂ 3 ਮਹੀਨੇ 'ਚ ਤੁਹਾਡਾ 60 ਪਾਉਂਡ weight ਕੱਟ ਕਰ ਦਾਂਗੇ। ਬੀ ਕੇਅਰਫੁਲ, ਹੈ ਨਾ। ਇਹੋ ਜਿਹਾ ਇਹਨਾਂ ਦੇ ਪਿੱਛੇ ਕੋਈ ਮੈਡੀਕਲ ਬੇਸਿਸ ਨਹੀਂ ਹੈ। ਇਹ ਇਹਨਾਂ ਸਾਰੀਆਂ ਪਿੱਛੇ। ਅਫਵਾਹਾਂ ਨੇ, ਸਿਰਫ ਤੇ ਸਿਰਫ ਪੈਸਾ ਬਟੋਰਨ ਦਾ। ਹਾਂਜੀ, ਤੇ ਕਮਰਸ਼ੀਅਲ ਬਹੁਤ ਜ਼ਿਆਦਾ ਐਂਗਲ ਹੈ, ਤੇ ਪਲੀਜ਼ ਕੇਅਰਫੁਲ ਰਹੀਏ ਤੇ ਆਪਣੇ ਫੈਮਿਲੀ ਡਾਕਟਰ ਜਾਂ ਡਾਕਟਰ ਨੂੰ ਮਿਲੀਏ ਤੇ ਉਹ ਤੁਹਾਡੀ ਅਸੈਸਮੈਂਟ ਕਰਨਗੇ, ਤੁਹਾਨੂੰ ਦੱਸਣਗੇ ਤੁਹਾਡੇ ਲਈ ਕੀ ਠੀਕ ਹੈ, ਤੇ ਜੇ weight ਮੈਨੇਜਮੈਂਟ ਐਕਸਪਰਟ ਕੋਲ ਜਾਣਾ ਹੈ ਤੇ ਉਹਨਾਂ ਕੋਲ ਤੁਹਾਨੂੰ ਰੈਫਰ ਵੀ ਕਰਨਗੇ। ਜੀ, ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆ ਕੇ ਬੜੀਆਂ ਹੀ ਅਜਿਹੀਆਂ ਗੱਲਾਂ ਜਿਹੜੀਆਂ ਕਿ ਸ਼ਾਇਦ ਸਾਨੂੰ ਵੀ ਨਾ ਪਤਾ ਹੋਣ ਔਰ ਦਰਸ਼ਕਾਂ ਨੂੰ ਤਾਂ ਬਿਲਕੁਲ ਹੋ ਸਕਦਾ ਉਸ ਚੀਜ਼ ਦੀ ਜਿਹੜੀ ਆ ਉਹਦੀ ਵੱਧ ਲੋੜ ਸੀ, ਅਵੇਅਰਨੈਸ ਪਹੁੰਚੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਈ ਐਸਾ ਟੌਪਿਕ ਲੈ ਕੇ ਆਵਾਂਗੇ। ਥੈਂਕ ਯੂ ਜੀ। ਸੋ ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਦੇਖਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਨਾਲ ਦੀ ਨਾਲ ਮੈਂ ਦੱਸ ਦੇਵਾਂ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਸਮਾਂ ਇਸ ਪ੍ਰੋਗਰਾਮ ਦਾ ਹੁੰਦਾ 7 ਤੋਂ 8। ਜ਼ਰੂਰ ਦੇਖਿਆ ਕਰੋ। ਆਪਣੇ ਵਿਊ ਜਾਂ ਤੁਸੀਂ ਕੋਈ ਸਵਾਲ ਕਰਨਾ ਤਾਂ ਫਿਰ ਉਹ ਨੰਬਰ ਜਿਹੜਾ 647 497 9904 ਉੱਪਰ ਤੁਸੀਂ ਕਾਲ ਕਰਨੀ ਹੈ। ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ। ਸ਼ਬਾ ਖੈਰ। ਥੈਂਕ ਯੂ ਜੀ।